ਪਿਆਰ ਸੋ ਗੁਰ ਸੋ ਚਟਿਆ, ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ। ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ 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 ਦੀ ਕਟੀ। ਦੋਹਰਾ ਨੰਦ ਲਾਲ ਕੀ ਵਾਰਤਾ ਕਹੋ ਸੁਨੋ ਮਤ ਲਾਏ, ਜਿਮ ਸਤ ਗੁਰ ਸੋ ਮਿਲ ਰਹਿਓ ਆਨੰਦ ਲਹਿ ਅਧਿਕਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਅੱਜ ਆਪਾਂ ਨੂੰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਪ੍ਰਕਾਸ਼ ਦਿਹਾੜਾ, ਪ੍ਰਕਾਸ਼ ਗੁਰਪੁਰਬ ਪ੍ਰਾਪਤ ਹੋ ਰਿਹਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਇਸ ਪਾਵਨ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਵਧਾਈਆਂ ਹੋਣ। ਗੁਰੂ ਕਿਰਪਾ ਕਰੇ ਸਾਨੂੰ ਸਿੱਖੀ ਦੀਆਂ ਦਾਤਾਂ ਪ੍ਰਾਪਤ ਹੋਵਨ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਕੋਲ ਭਾਈ ਗੁਰਦਾਸ ਜੀ ਬਾਣੀ ਲਿਖਦੇ ਤੇ ਕਈ ਗ੍ਰੰਥ ਆਪਣੇ ਲਿਖੇ, ਇਸੇ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਭਾਈ ਨੰਦ ਲਾਲ ਜੀ ਰਹਿੰਦੇ, ਜਿਨ੍ਹਾਂ ਨੇ ਕਈ ਗ੍ਰੰਥ ਲਿਖੇ ਨੇ ਔਰ ਸਿੱਖ ਧਰਮ ਦੇ ਵਿੱਚ ਉਹ ਗ੍ਰੰਥ ਪ੍ਰਮਾਣਿਕ ਨੇ, ਪੜ੍ਹੇ ਜਾਂਦੇ, ਸੁਣਾਏ ਜਾਂਦੇ। ਭਾਈ ਨੰਦ ਲਾਲ ਜੀ ਹਿੰਦੂ ਘਰਾਣੇ ਨਾਲ ਸੰਬੰਧ ਰੱਖਦੇ, ਜਾਤ ਦੇ ਖੱਤਰੀ ਨੇ ਭਾਈ ਨੰਦ ਲਾਲ ਜੀ। ਉਹਨਾਂ ਦਾ ਇਤਿਹਾਸ ਅੱਜ ਤੋਂ ਸ਼ੁਰੂ ਹੋ ਰਿਹਾ ਵੀ ਭਾਈ ਨੰਦ ਲਾਲ ਕੌਣ ਸਨ, ਉਹ ਕਿੱਥੋਂ ਚੱਲੇ, ਗੁਰੂ ਪਾਤਸ਼ਾਹ ਕੋਲ ਕਿਵੇਂ ਆਏ, ਔਰੰਗਜ਼ੇਬ ਦੇ ਨਾਲ ਦੁਸ਼ਮਣੀ ਕਿਵੇਂ ਪਈ ਹੈ। ਇਹ ਸਾਰਾ ਪ੍ਰਸੰਗ ਇਤਿਹਾਸ ਜਿਹੜਾ ਹੈ ਉਹ ਅੱਜ ਆਪਾਂ ਸਰਵਣ ਕਰਾਂਗੇ। ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਨਾਲ ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨੰਦ ਲਾਲ ਕੀ ਵਾਰਤਾ ਕਹੋ ਸੁਨੋ ਮਤ ਲਾਏ। ਭਾਈ ਨੰਦ ਲਾਲ ਜੀ ਦੀ ਕਥਾ ਜਿਹੜੀ ਹੈ ਉਹ ਇੱਥੋਂ ਪ੍ਰਾਰੰਭ ਹੋ ਰਹੀ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆਓ ਤੁਹਾਨੂੰ ਇਤਿਹਾਸ ਸੁਣਾਈਏ ਕਿ ਭਾਈ ਨੰਦ ਲਾਲ ਕੌਣ ਸਨ, 10ਵੇਂ ਪਾਤਸ਼ਾਹ ਕੋਲ ਕਿਉਂ ਆਏ, ਕਿਹੜੇ ਕਿਹੜੇ ਉਹਨਾਂ ਨੇ ਗ੍ਰੰਥ ਲਿਖੇ, ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਪ੍ਰਾਪਤ ਹੋਈਆਂ, ਉਹ ਸਾਰਾ ਇਤਿਹਾਸ ਆਪ ਜੀ ਨੂੰ ਸਰਵਣ ਕਰਵਾਵਾਂਗੇ। ਪਿੱਛੇ ਆਪਾਂ ਭਾਈ ਨੰਦ ਲਾਲ ਜੀਆਂ ਦੇ ਵੱਲੋਂ ਲਿਖੇ ਗਏ ਤਨਖਾਹਨਾਮੇ ਸਰਵਣ ਕੀਤੇ ਸਨ ਪਿਛਲੇ ਦੀਵਾਨਾਂ ਦੇ ਵਿੱਚ। ਇਹ ਉਹਨਾਂ ਦੀ ਲਿਖੀ ਹੋਈ ਬਾਣੀ ਹੈ। ਅੱਜ ਆਪਾਂ ਨੂੰ ਉਹਨਾਂ ਦਾ ਇਤਿਹਾਸ ਪ੍ਰਾਪਤ ਹੋ ਰਿਹਾ ਵੀ ਉਹ ਕੌਣ ਸਨ। ਕਹਿਣ ਲੱਗੇ ਬੜੇ ਧਿਆਨ ਦੇ ਨਾਲ ਮਨ ਟਿਕਾ ਕੇ ਭਾਈ ਨੰਦ ਲਾਲ ਦਾ ਇਤਿਹਾਸ ਸਰਵਣ ਕਰੋ। ਜਿਮ ਸਤਿਗੁਰ ਸੋ ਮਿਲ ਰਹਿਓ ਆਨੰਦ ਲਹਿ ਅਧਿਕਾਏ। ਭਾਈ ਨੰਦ ਲਾਲ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਵੇਂ ਮਿਲੇ, ਕਿਵੇਂ ਰਹਿ ਕੇ ਉਹਨਾਂ ਨੇ ਸੇਵਾ ਕੀਤੀ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਰਾਤ ਨੂੰ ਲੰਗਰਾਂ ਦੀ ਪਰਖ ਕੀਤੀ ਤੇ ਸਾਰੇ ਲੰਗਰਾਂ ਦੇ ਵਿੱਚੋਂ ਭਾਈ ਨੰਦ ਲਾਲ ਦਾ ਹੀ ਲੰਗਰ ਪਾਸ ਹੋਇਆ। ਉਹ ਸਾਰੀ ਸਾਖੀ ਇਤਿਹਾਸ ਜਿਹੜਾ ਕਿਵੇਂ ਵਾਪਰਿਆ। ਔਰੰਗਜ਼ੇਬ ਇੱਕ ਖੱਤਰੀ ਬੰਦੇ ਨੂੰ ਮੁਸਲਮਾਨ ਕਿਉਂ ਕਰਨਾ ਚਾਹੁੰਦਾ, ਉਹ ਸਾਰਾ ਪ੍ਰਸੰਗ ਇੱਥੇ ਵਰਣਨ ਵਿੱਚ ਆਵੇਗਾ। ਆਪਾਂ ਸਰਵਣ ਕਰਦੇ ਹਾਂ। ਚੌਪਈ ਖੱਤਰੀ ਹੁਤੋ ਮਾ ਧਨਵੰਤਾ। ਗੁਰਮੁਖੋ ਇੱਕ ਖੱਤਰੀ ਸੇ ਨਾਮ ਹੈ ਛੱਜੂ ਰਾਮ। ਭਾਈ ਨੰਦ ਲਾਲ ਦੇ ਪਿਤਾ ਦਾ ਨਾਮ ਛੱਜੂ ਰਾਮ ਹੈ ਅਤੇ ਖੱਤਰੀ ਜਾਤੀ ਦੇ ਨਾਲ ਸੰਬੰਧ ਰੱਖਦੇ। ਗਜਨੀ ਦਾ ਨਾਮ ਤੁਸੀਂ ਸੁਣਿਆ। ਗਜਨੀ ਦੇ ਬਾਜ਼ਾਰਾਂ ਦੇ ਵਿੱਚ ਹਿੰਦੂ ਔਰਤਾਂ ਜਿਹੜੀਆਂ ਸਨ ਟਕੇ ਟਕੇ ਦੇ ਵੇਚੀਆਂ ਜਾਂਦੀਆਂ। ਮਹਾਰਾਸ਼ਟਰ ਦੇ ਇਲਾਕੇ ਵਿੱਚੋਂ ਇਸਤਰੀਆਂ ਨੂੰ ਇਕੱਠਾ ਕਰਕੇ ਤੇ ਇੱਥੋਂ ਜਿਹੜੇ ਮੁਗਲ ਜਾਂ ਪਠਾਨ ਹਾਕਮ ਸਨ ਉਹ ਬੰਨ੍ਹ ਕੇ ਹਿੰਦੁਸਤਾਨ ਤੋਂ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਲੈ ਜਾਂਦੇ। ਉਹਦੇ ਵਿੱਚ ਕੁਝ ਕੁਆਰੀਆਂ ਲੜਕੀਆਂ ਤੇ ਕੁਝ ਨਵੀਆਂ ਵਿਆਹੀਆਂ ਹੁੰਦੀਆਂ। ਗਜਨੀ ਦੇ ਬਾਜ਼ਾਰ ਦੇ ਵਿੱਚ ਇੱਕ ਇੱਕ ਟਕੇ ਤੇ ਉਹਨਾਂ ਨੂੰ ਵੇਚਿਆ ਜਾਂਦਾ, ਉਹਨਾਂ ਦੀ ਇੱਜ਼ਤ ਨਿਲਾਮ ਕੀਤੀ ਜਾਂਦੀ।
ਇਹ ਉਸ ਗਜਨੀ ਦੇ ਵਿੱਚ ਭਾਈ ਨੰਦ ਲਾਲ ਜੀ ਪੈਦਾ ਹੋਏ ਸਨ। ਇਹਨਾਂ ਦਾ ਜਨਮ ਸਥਾਨ ਗਜਨੀ ਹੈ ਤੇ ਗਜਨੀ ਰਹਿੰਦੇ ਨੇ ਇਹਨਾਂ ਦੇ ਪਿਤਾ ਭਾਈ ਛੱਜੂ ਰਾਮ ਜੀ। ਪਿਤਾ ਦਾ ਨਾਮ ਹੈ, ਜਾਤ ਦੇ ਖੱਤਰੀ ਸਨ ਅਤੇ ਮੁਨਸ਼ੀ ਦਾ ਕੰਮ ਕਰਦੇ ਸਨ, ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਵੀ ਚੰਗੇ ਤਗੜੇ ਘਰਾਣੇ ਦੇ ਵਿੱਚ ਸਨ, ਵੀ ਚੰਗੇ ਖਾਨਦਾਨ ਦੇ ਵਿੱਚ ਭਾਈ ਨੰਦ ਲਾਲ ਜੀ ਦਾ ਜਨਮ ਹੋਇਆ। ਗਜਨੀ ਉਹਨਾਂ ਦਾ ਜਨਮ ਸਥਾਨ ਹੈ। ਜਦੋਂ ਭਾਈ ਨੰਦ ਲਾਲ ਜੀ 18-19 ਸਾਲ ਦੇ ਹੋਏ ਤੇ ਫਿਰ ਉਹਨਾਂ ਦੇ ਪਿਤਾ ਜੀ ਉਹਨਾਂ ਨੂੰ ਲੈ ਕੇ ਮੁਲਤਾਨ ਆ ਗਏ। ਮੁਲਤਾਨ ਸ਼ਹਿਰ ਹੈ ਪਾਕਿਸਤਾਨ ਦੇ ਵਿੱਚ, ਇੱਥੇ ਫਿਰ ਇਹਨਾਂ ਨੇ ਨਿਵਾਸ ਕਰ ਲਿਆ। ਇਹ ਮੁਲਤਾਨ ਸ਼ਹਿਰ ਉਹੀ ਹੈ ਜਿੱਥੇ ਹਰਨਾਕਸ਼ ਰਾਜਾ ਰਾਜ ਕਰਦਾ ਸੀ। ਪ੍ਰਹਿਲਾਦ ਦਾ ਪਿਤਾ ਹਰਨਾਕਸ਼ ਮੁਲਤਾਨ ਦਾ ਰਾਜਾ ਸੀ। ਜਦੋਂ ਭਾਈ ਨੰਦ ਲਾਲ ਜੀ 18 ਸਾਲ ਦੇ ਹੋਏ ਤੇ ਉਹਨਾਂ ਦੇ ਪਿਤਾ ਜੀ ਫਿਰ ਮੁਲਤਾਨ ਆ ਕੇ ਇੱਥੇ ਰਹਿਣ ਲੱਗ ਪਏ। ਇੱਥੇ ਹੀ ਭਾਈ ਨੰਦ ਲਾਲ ਜੀ ਦਾ ਵਿਆਹ ਹੋਇਆ ਸਿੱਖ ਘਰਾਣੇ ਦੇ ਵਿੱਚ। ਭਾਈ ਨੰਦ ਲਾਲ ਦੀ ਜਿਹੜੀ ਘਰਵਾਲੀ ਹੈ ਨਾ, ਉਹ ਸਿੱਖਾਂ ਦੀ ਲੜਕੀ ਹੈ। ਇੱਥੇ ਹੀ ਉਹਨਾਂ ਦਾ ਵਿਆਹ ਹੋਇਆ। ਇਤਿਹਾਸ ਆਪਾਂ ਅੱਗੇ ਵੀ ਸਰਵਣ ਕਰਾਂਗੇ, ਇਹ ਮੁੱਢਲੀ ਜਾਣਕਾਰੀ ਹੈ। ਕਹਿਣ ਲੱਗੇ ਭਾਈ ਨੰਦ ਲਾਲ ਦੇ ਪਿਤਾ ਦਾ ਨਾਮ ਛੱਜੂ ਰਾਮ ਹੈ। इसके गृह जन्म मतवंत। ਇਹ ਬੜੀ ਸਿਆਣੀ ਮਤ ਵਾਲਾ ਸੀ। ਨੰਦ ਲਾਲ ਹੈ ਹਿੰਦੂ ਹੈ, ਗ੍ਰੰਥ ਵੀ ਹਿੰਦੂ ਧਰਮ ਦੇ ਪੜ੍ਹੇ, ਪਰ ਜਦੋਂ ਮੁਸਲਮਾਨ ਬਾਦਸ਼ਾਹ ਨੇ ਮੁਸਲਮਾਨ ਗ੍ਰੰਥ ਦਾ ਅਰਥ ਪੁੱਛਿਆ ਨਾ, ਵੱਡੇ ਵੱਡੇ ਮੁਸਲਮਾਨਾਂ ਨੂੰ ਜਾਂ ਮੁਸਲਮਾਨ ਵਿਦਵਾਨਾਂ ਨੂੰ ਮੁਸਲਮਾਨ ਧਰਮ ਦੇ ਗ੍ਰੰਥ ਦਾ ਅਰਥ ਨਹੀਂ ਆਇਆ, ਦੱਸ ਨਹੀਂ ਸਕੇ ਮਾਇਨਾ ਕੀ ਬਣਦਾ, ਮਤਲਬ ਕੀ ਬਣਦਾ, ਅਰਥ ਕੀ ਬਣਦਾ। ਮੁਸਲਮਾਨ ਧਾਰਮਿਕ ਗ੍ਰੰਥ ਦਾ ਮੁਸਲਮਾਨ ਵਿਦਵਾਨ ਅਰਥ ਨਹੀਂ ਦੱਸ ਸਕੇ। ਉਹ ਅਰਥ ਭਾਈ ਨੰਦ ਲਾਲ ਨੇ ਦੱਸਿਆ, ਜਿਹੜਾ ਕਿ ਹਿੰਦੂ ਹੈ, ਜਿਹੜਾ ਕਿ ਖੱਤਰੀ ਹੈ। ਐਸੀ ਇਹਦੀ ਮਤ ਹੈ, ਐਸਾ ਇਹ ਸਿਆਣਾ ਹੈ, ਐਸਾ ਆਲਮ ਫਾਜ਼ਲ ਹੈ, ਐਸਾ ਪੜ੍ਹਿਆ ਹੈ, ਵਿਦਵਾਨ ਹੈ, ਗ੍ਰੰਥਾਂ ਦਾ ਜਾਣਕਾਰ ਹੈ, ਸੋਝੀ ਰੱਖਦਾ, ਐਸੀ ਸਿਆਣੀ ਮਤ ਵਾਲੇ ਹਨ। ਧਰਮ ਵੈਸ਼ਨੋ ਧਾਰਨ ਕਰੇ। ਇਹਦਾ ਪਿਤਾ ਵੈਸ਼ਨਵ ਧਰਮ ਨੂੰ ਧਾਰਨ ਕਰਦਾ ਹੈ। ਹਿੰਦੁਸਤਾਨ ਤੇ ਕਈ ਧਰਮ ਨੇ ਤੇ ਕਈ ਧਰਮਾਂ ਦੇ ਵਿੱਚੋਂ ਇੱਕ ਵੈਸ਼ਨਵ ਧਰਮ ਹੈ। ਇਹਦੇ ਪਿਤਾ ਜੀ ਵੈਸ਼ਨਵ ਧਰਮ ਦੇ ਨਾਲ ਸੰਬੰਧ ਰੱਖਦੇ ਹਨ। इसको पिता भाव मन धरे। ਤੇ ਜਿਹੜਾ ਹੁਣ ਪਿਤਾ ਦਾ ਧਰਮ ਹੈ ਉਹੀ ਪੁੱਤਰ ਦਾ ਹੁੰਦਾ ਨਾ। ਪਿਤਾ ਜਿਹੜੀ ਜਾਤ ਵਿੱਚ ਕੁਲ ਵਿੱਚ ਜਨਮਿਆ ਉਹੀ ਜਾਤ ਕੁਲ ਪੁੱਤਰ ਦੀ ਹੁੰਦੀ ਹੈ। ਜਿਹੜੇ ਧਰਮ ਨੂੰ ਪਿਤਾ ਮੰਨਦਾ ਉਸੇ ਧਰਮ ਨੂੰ ਅੱਗੇ ਪੁੱਤਰ ਅਪਣਾਉਂਦਾ ਹੈ। ਹੁਣ ਜੇ ਪਿਤਾ ਵੈਸ਼ਨਵ ਧਰਮ ਦੇ ਨਾਲ ਸੰਬੰਧ ਰੱਖਦਾ ਤੇ ਪੁੱਤਰ ਆਨੰਦ ਲਾਲ ਵੀ ਉਸੇ ਧਰਮ ਨਾਲ ਸੰਬੰਧ ਰੱਖਦਾ ਹੈ। जब द्वादश सम्मत को हुआ। ਜਦੋਂ ਭਾਈ ਨੰਦ ਲਾਲ ਜੀ 12 ਸਾਲ ਦੇ ਹੋਏ, ਬਚਪਨ ਤੋਂ ਥੋੜਾ ਜਿਹਾ ਅੱਗੇ ਨਿਕਲੇ, ਆਪਣੇ ਆਪ ਦੀ ਸੋਝੀ ਸਮਝ ਵਿੱਚ ਪਏ ਹਨ। एक दिन विचरत पित को जोवा। ਇੱਕ ਦਿਨ ਇਹਨਾਂ ਨੇ ਆਪਣੇ ਪਿਤਾ ਨੂੰ ਵਿਚਰਦਿਆਂ ਹੋਇਆਂ ਵੇਖਿਆ। 12 ਸਾਲ ਦੀ ਉਮਰ ਤੋਂ ਮਗਰੋਂ ਨਾ ਬੱਚੇ ਨੂੰ ਸਮਝ ਪੈਣ ਲੱਗ ਪੈਂਦੀ ਹੈ। ਅਸੀਂ ਕੰਮਕਾਰ ਕੀ ਕਰਦੇ ਹਾਂ, ਸਾਡਾ ਪਰਿਵਾਰ ਕੀ ਹੈ, ਸਾਡਾ ਵਿਚਰਨਾ, ਸਾਡਾ ਆਚਰਨ ਕੀ ਹੈ, ਇਹ ਬੱਚੇ ਨੂੰ ਸਮਝ ਆਉਣ ਲੱਗ ਪੈਂਦਾ। ਉਦੋਂ ਪਹਿਲਾਂ ਬੱਚੇ ਨੂੰ ਨਿਆਣਾ ਮੰਨਿਆ ਜਾਂਦਾ। ਮਹਾਰਾਜ ਨੇ ਬਚਨ ਵੀ ਲਿਖਿਆ, 12 ਬਰਸ ਬਾਲਪਨ ਬੀਤੇ। ਪਹਿਲੇ 12 ਸਾਲ ਜ਼ਿੰਦਗੀ ਦੇ ਪੜਾਅ ਦੇ ਬਚਪਨ ਵਿੱਚ ਹੀ ਲੰਘ ਗਏ। ਇਦੋਂ ਅੱਗੇ ਜਾ ਕੇ ਸਮਝ ਪੈਣੀ ਸ਼ੁਰੂ ਹੋਈ ਹੈ। ਭਾਈ ਨੰਦ ਲਾਲ ਜੀ ਜਦੋਂ 12 ਸਾਲ ਦੇ ਹੋਏ ਨਾ ਗੁਰਮੁਖੋ, ਉਹਨਾਂ ਨੇ ਆਪਣੇ ਪਿਤਾ ਨੂੰ ਵਿਚਰਦੇ ਹੋਏ ਦੇਖਿਆ ਹੈ। ਅਬੈ ਉਚਿਤ ਕੰਠੀ ਬੰਦਭਾਵਨ। ਕਹਿਣ ਲੱਗੇ ਉਸ ਵੇਲੇ ਪਿਤਾ ਨੇ ਵੇਖਿਆ ਵੀ ਹੁਣ ਇਹਦੇ ਗਲ ਵਿੱਚ ਕੰਠੀ ਬੰਨ੍ਹ ਦੇਣੀ ਚਾਹੀਦੀ ਹੈ। ਜਿਵੇਂ ਹਿੰਦੂ ਧਰਮ ਦੇ ਵਿੱਚ ਜਨੇਊ ਪਾਇਆ ਜਾਂਦਾ ਹੈ ਨਾ, ਹੋਰਨਾਂ ਧਰਮਾਂ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਬੱਚੇ ਨੂੰ ਧਰਮ ਨਾਲ ਜੋੜਿਆ ਜਾਂਦਾ। ਇਹ ਵੈਸ਼ਨੂ ਮਤ ਨਾਲ ਸੰਬੰਧ ਰੱਖਦੇ ਸਨ ਤੇ ਵੈਸ਼ਨੂ ਮਤ ਵਾਲੇ ਗਲ ਵਿੱਚ ਕੰਠੀ ਪਾਉਂਦੇ। ਪਿਤਾ ਨੇ ਸੋਚਿਆ ਵੀ ਹੁਣ ਇਹਨੂੰ ਧਾਰਮਿਕ ਚਿੰਨ੍ਹ ਪਹਿਨਾ ਦੇਣਾ ਚਾਹੀਦਾ, ਧਰਮੀ ਬਣਾਉਣਾ ਚਾਹੀਦਾ ਹੈ। और विचार किए गुरु बुलावन। ਉਸ ਵੇਲੇ ਪਿਤਾ ਨੇ ਇਹ ਗੱਲ ਵਿਚਾਰ ਕੇ ਨਾ ਵੀ ਹੁਣ ਪੁੱਤਰ ਨੂੰ ਧਾਰਮਿਕ ਰੰਗ ਦਈਏ। ਜਿਹੜੇ ਧਰਮ ਨਾਲ ਮੈਂ ਜੁੜਿਆ ਉਸੇ ਧਰਮ ਨਾਲ ਪੁੱਤਰ ਵੀ ਜੁੜੇ, ਇਹਨੂੰ ਗਿਆਨ ਆਵੇ, ਇਹਨੂੰ ਸੋਝੀ ਆਵੇ। ਤੇ ਭਾਈ ਛੱਜੂ ਰਾਮ ਜੀ ਨੰਦ ਲਾਲ ਦੇ ਪਿਤਾ ਸਨ, ਉਹਨਾਂ ਨੇ ਉਸ ਵੇਲੇ ਗੁਰੂ ਬੁਲਾਇਆ। ਜਿਹੜਾ ਉਸ ਵੇਲੇ ਧਰਮ ਦਾ ਮੋਢੀ ਹੋਵੇਗਾ ਨਾ, ਧਾਰਮਿਕ ਵਿਅਕਤੀ ਹੋਵੇਗਾ,
ਧਰਮ ਵਿੱਚ ਲਿਆਉਣ ਵਾਲਾ ਉਸ ਨੂੰ ਬੁਲਾਇਆ ਹੈ। ਹਿਤ ਉਪਦੇਸ਼ ਬਿਠਾਇਓ ਪਾਸ। ਤੇ ਉਸ ਵੇਲੇ ਭਾਈ ਨੰਦ ਲਾਲ ਨੂੰ ਕੋਲ ਬਿਠਾਇਆ, ਕਹਿਣ ਲੱਗੇ ਵੀ ਆ ਆਪਣਾ ਗੁਰੂ ਹੈ, ਆਪਾਂ ਖਾਨਦਾਨ ਤੋਂ ਇਹਨਾਂ ਦੇ ਨਾਲ ਜੁੜੇ ਆ ਤੇ ਇਹਨਾਂ ਦੇ ਕੋਲੋਂ ਉਪਦੇਸ਼ ਤੂੰ ਵੀ ਲੈ ਕੇ ਤੇ ਧਰਮ ਵਾਲਾ ਬਣ ਜਾ, ਧਾਰਮਿਕ ਰੁਚੀ ਹੋਣੀ ਚਾਹੀਦੀ ਹੈ। ਕਹਿ ਸੁਤ ਸੋ ਹਮ ਹੈ ਹਰਦਾਸ। ਇਹ ਨਾਲ ਹੀ ਆਖਿਆ, ਕਹਿਣ ਲੱਗੇ ਪੁੱਤਰ ਵੀ ਆਪਾਂ ਦਾਸ ਆ ਪਰਮਾਤਮਾ ਦੇ, ਜਾਂ ਕਹਿ ਲਈਏ ਵੀ ਆ ਜਿਹੜਾ ਗੁਰੂ ਆਇਆ ਆਪਾਂ ਇਹਦੇ ਸੇਵਕ ਆ, ਇਹ ਆਪਣਾ ਗੁਰੂ ਹੈ, ਇਹ ਆਪਣੇ ਕੁਲ ਨੂੰ ਖਾਨਦਾਨ ਨੂੰ ਗਿਆਨ ਦਿੰਦਾ, ਉਪਦੇਸ਼ ਦਿੰਦਾ ਹੈ। ਗੁਰੂ ਵੈਸ਼ਨੋ ਧਾਰਨ ਕਰੋ। ਉਸ ਵੇਲੇ ਇਸ ਗੁਰੂ ਨੂੰ ਧਾਰਨ ਕਰ ਲਓ ਤੇ ਵੈਸ਼ਨਵ ਮਤ ਜਿਹੜਾ ਹੈ ਨਾ ਉਸ ਨੂੰ ਧਾਰਨ ਕਰੋ। ਵੈਸ਼ਨੋ ਸੋ ਜਿਸ ਉਪਰ ਪ੍ਰਭ ਸੋ ਪ੍ਰਸੰਨ, ਬਿਸ਼ਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਏ ਨੇਹ ਕਰਮ ਤਿਸ ਵੈਸ਼ਨੋ ਕਾ ਨਿਰਮਲ ਤਰ ਕਾਹੂ ਫਲ ਕੀ ਇੱਛਾ ਨਹੀਂ ਬਾਛਾ, ਕੇਵਲ ਭਗਤ ਕੀਰਤਨ ਸੰਗ ਰਚ। ਇਹ ਵੈਸ਼ਨੋ ਮਤ ਵਾਲਿਆਂ ਦਾ ਉਪਦੇਸ਼। ਤੇ ਪਿਤਾ ਜੀ ਕਹਿ ਰਹੇ, ਕਹਿੰਦੇ ਪੁੱਤਰ ਤੂੰ ਵੀ ਇਹ ਧਾਰਨ ਕਰ ਲਾ ਧਰਮ, ਤੇ ਉਸ ਵੇਲੇ ਤੂੰ ਵੀ ਧਾਰਮਿਕ ਬੰਨਾ ਕਰ। ਇਸ ਆਗਿਆ ਕੇ ਨਿਤ ਅਨਸਰੋ। ਤੇ ਜਿਹੜੀ ਹੁਣ ਇਹ ਮਰਿਆਦਾ ਦੱਸੇਗਾ, ਇਹ ਜਿਹੜਾ ਗੁਰੂ ਆਇਆ ਤੈਨੂੰ ਚੇਲਾ ਬਣਾਉਣ ਵਾਸਤੇ ਜਾਂ ਧਰਮ ਦੇ ਵਿੱਚ ਦਾਖਲ ਕਰਨ ਵਾਸਤੇ, ਇਹ ਹੁਣ ਤੈਨੂੰ ਮਰਿਆਦਾ ਦੱਸੇਗਾ ਪੁੱਤਰ ਆਨੰਦ ਲਾਲ। ਤੇ ਜਿਹੜੀ ਤੈਨੂੰ ਇਹ ਮਰਿਆਦਾ ਦੱਸੇ ਤੂੰ ਉਹਨੂੰ ਬਿਲਕੁਲ ਯਾਦ ਰੱਖਣਾ ਤੇ ਉਸੇ ਮਰਿਆਦਾ ਦੇ ਵਿੱਚ ਹੀ ਰਹਿਣਾ, ਕਦੇ ਧਰਮ ਦੀ ਮਰਿਆਦਾ ਨੂੰ ਛੱਡਣਾ ਨਹੀਂ ਹੈ। ਕੰਠੀ ਆਪਣੇ ਕੰਠ ਬੰਧਾਵੋ। ਉਸ ਵੇਲੇ ਇਹ ਜਿਹੜੀ ਕੰਠੀ ਹੈ ਨਾ, ਇਹਨੂੰ ਆਪਣੇ ਗਲੇ ਦੇ ਵਿੱਚ ਬਣਵਾ ਲਓ। ਕੋਈ ਧਾਰਮਿਕ ਚਿੰਨ੍ਹ ਹੈ ਇਹਨਾਂ ਦਾ, ਵੈਸ਼ਨਵਾਂ ਦਾ ਜਿਹੜਾ ਪਹਿਨਾਇਆ ਜਾਂਦਾ, ਜਿਵੇਂ ਹਿੰਦੂ ਧਰਮ ਦੇ ਵਿੱਚ ਜਨੇਊ ਪਾਇਆ ਜਾਂਦਾ, ਧਾਰਮਿਕ ਚਿੰਨ੍ਹ ਹੈ। ਪਿਤਾ ਨੇ ਆਖਿਆ ਵੀ ਪੁੱਤਰ ਜੀ ਇਹ ਆਪਣਾ ਗੁਰੂ ਹੈ ਤੇ ਇਹਦੇ ਕੋਲੋਂ ਕੰਠੀ ਲੈ ਕੇ ਤੇ ਆਪਣੇ ਗਲ ਦੇ ਵਿੱਚ ਬੰਨ੍ਹਣਾ ਕਰੋ। ਧਰਮ ਵੈਸ਼ਨੋ ਕੇ ਮਹਿ ਆਵੋ। ਤੇ ਵੈਸ਼ਨਵ ਧਰਮ ਦੇ ਵਿੱਚ ਆ ਜਾਓ। ਵੈਸ਼ਨਵ ਧਰਮ ਦੇ ਜਿਹੜਾ ਮਰਿਆਦਾ ਹੈ, ਬਹਿਣੀ ਉੱਠਣੀ ਹੈ, ਖਾਣਾ ਪੀਣਾ, ਵਿਚਰਨਾ, ਉਹਦੇ ਮੁਤਾਬਕ ਚੱਲਣਾ ਕਰੋ। ਇਮ ਕਹਿ ਲਿਓ ਬੁਲਾਏ ਬੈਰਾਗੀ। ਇਸ ਤਰ੍ਹਾਂ ਕਹਿ ਕੇ ਨਾ ਪਿਤਾ ਨੇ, ਛੱਜੂ ਰਾਮ ਨੇ, ਉਹ ਜਿਹੜਾ ਗੁਰੂ ਸੀ ਬੈਰਾਗੀ, ਉਸ ਬੈਰਾਗੀ ਗੁਰੂ ਨੂੰ ਬੁਲਾ ਲਿਆ ਹੈ। ਨੰਦ ਲਾਲ ਹੋਏ ਨਾ ਅਨੁਰਾਗੀ। ਅਤੇ ਨੰਦ ਲਾਲ ਜਿਹੜੇ ਸਨ ਉਹ ਪ੍ਰੀਤਵਾਨ ਨਾ ਹੋਇਆ। ਪਿਤਾ ਨੇ ਤੇ ਬਥੇਰਾ ਸਮਝਾਇਆ ਵੀ ਇਹ ਆਪਣਾ ਕੁੱਲ ਗੁਰੂ ਹੈ, ਇਹਦਾ ਉਪਦੇਸ਼ ਆਪਾਂ ਨੂੰ ਲੈਣਾ ਪਵੇਗਾ, ਇਹਦੇ ਮੁਤਾਬਕ ਚੱਲਣਾ ਪਵੇਗਾ। ਪਰ ਨੰਦ ਲਾਲ ਨੂੰ ਗੱਲਾਂ ਚੰਗੀਆਂ ਨਾ ਲੱਗੀਆਂ, ਕਹਿਣ ਲੱਗਾ ਵੀ ਨਹੀਂ ਪਿਤਾ ਜੀ ਇਹ ਮੈਨੂੰ ਗੱਲ ਠੀਕ ਨਹੀਂ ਲੱਗਦੀ ਹੈ, ਮੇਰੇ ਮਨ ਵਿੱਚ ਭਾਵਨਾ ਹੀ ਕੋਈ ਨਹੀਂ ਇਹੋ ਜਿਹੀ ਹੈਗੀ ਵੀ ਮੈਂ ਆਪਣੇ ਗਲ ਵਿੱਚ ਕੰਠੀ ਵਧਵਾਵਾਂ ਜਾਂ ਮੈਂ ਇਹ ਜਿਹੜਾ ਧਰਮ ਹੈ ਵੈਸ਼ਨਵ ਧਰਮ ਹੈ ਇਹਨੂੰ ਧਾਰਨ ਕਰਾਂ। ਨਹੀਂ, ਇਹ ਮੇਰੇ ਮਨ ਵਿੱਚ ਇਹਦਾ ਕੋਈ ਪ੍ਰੀਤ ਨਹੀਂ, ਕੋਈ ਪ੍ਰੇਮ ਨਹੀਂ ਹੈ। ਗੁਰੂ ਨੇ ਭਨਿਓ ਧਰਮ ਕੋ ਧਾਰ। ਤੇ ਗੁਰੂ ਵੀ ਬੈਠਾ ਕੋਲ। ਗੁਰੂ ਨੇ ਆਖਿਆ, ਕਹਿਣ ਲੱਗੇ ਪੁੱਤਰ ਆਨੰਦ ਲਾਲ ਵੀ ਇਸ ਤਰ੍ਹਾਂ ਜਿੱਦ ਨਹੀਂ ਕਰੀਦੀ ਤੇ ਪਿਤਾ ਨੂੰ ਨਾ ਨਹੀਂ ਕਰੀਦੀ, ਤੇ ਨਾਲੇ ਇਹ ਧਰਮ ਦਾ ਕੰਮ ਹੈ ਤੇ ਤੂੰ ਜਿੱਦ ਨਾ ਕਰ, ਤੇ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਨਾ ਉਵੇਂ ਧਰਮ ਨੂੰ ਧਾਰਨ ਕਰਨਾ ਕਰ। ਕੰਠੀ ਪਾਵੋ ਕੰਠ ਮਝਾਰ। ਇਹ ਜਿਹੜੀ ਕੰਠੀ ਹੈ ਨਾ, ਧਾਰਮਿਕ ਚਿੰਨ੍ਹ ਗਲ ਵਿੱਚ ਪਾਉਣ ਵਾਲਾ, ਇਹਨੂੰ ਤੂੰ ਪਾ ਲਾ, ਜਿੱਦ ਨਾ ਕਰ, ਕਿਉਂਕਿ ਤੇਰੇ ਪਿਤਾ ਦੀ ਵੀ ਇਹ ਆ ਗਿਆ ਵੀ ਤੂੰ ਧਰਮ ਵਿੱਚ ਆਵੇਂ ਤੇ ਮੈਂ ਧਾਰਮਿਕ ਆਗੂ ਹਾਂ, ਇਸ ਵੇਲੇ ਮੈਂ ਗੁਰੂ ਹਾਂ ਤੇ ਮੈਂ ਤੈਨੂੰ ਉਪਦੇਸ਼ ਦੇ ਰਿਹਾ ਹਾਂ ਵੀ ਤੂੰ ਇਹ ਧਰਮ ਦਾ ਚਿੰਨ੍ਹ ਜਿਹੜਾ ਇਸ ਨੂੰ ਗਲੇ ਵਿੱਚ ਪਾਉਣਾ ਕਰ। ਨੰਦ ਲਾਲ ਕਰ ਜੋਰ ਬਖਾਨਾ। ਉਸ ਵੇਲੇ ਨੰਦ ਲਾਲ ਨੇ ਹੱਥ ਜੋੜੇ, ਕਹਿਣ ਲੱਗਾ ਗੁਰੂ ਬੈਰਾਗੀ ਜੀ ਮੈਂ ਤੁਹਾਡਾ ਬੜਾ ਸਤਿਕਾਰ ਕਰਦਾ, ਤੁਹਾਡੇ ਪ੍ਰਤੀ ਮੇਰੇ ਮਨ ਵਿੱਚ ਬੜੀ ਇੱਜ਼ਤ ਹੈ, ਬੜਾ ਸਤਿਕਾਰ ਹੈ, ਪਰ ਮੇਰੀ ਇੱਕ ਬੇਨਤੀ ਹੈ, ਤੁਸੀਂ ਸੁਣਨਾ ਕਰੋ। ਇਸ ਕੰਠੀ ਤੇ ਆਨੰਦ ਨ ਜਾਣਾ। ਇਹ ਜਿਹੜੀ ਕੰਠੀ ਤੁਸੀਂ ਬਣਾਉਂਦੇ ਪਏ ਹੋ ਨਾ ਗਲ ਵਿੱਚ, ਇਹਦੇ ਨਾਲ ਕੋਈ ਆਨੰਦ ਆਉਣ ਵਾਲਾ ਨਹੀਂ ਹੈ। ਮੈਂ ਇਹ ਗੱਲ ਸਮਝ ਚੁੱਕਿਆ ਹਾਂ ਵੀ ਜਿਹੜੀ ਕੰਠੀ ਮਾਲਾ ਕਹਿ ਲਈਏ ਜਾਂ ਧਾਰਮਿਕ ਚਿੰਨ੍ਹ ਕਹਿ ਲਈਏ ਵੀ ਜਿਹੜਾ ਤੁਸੀਂ ਗਲ ਵਿੱਚ ਪਵਾਉਣਾ ਚਾਹੁੰਦੇ ਹੋ ਨਾ, ਮੈਂ ਸਮਝਦਾ ਵੀ ਇਹਦੇ ਵਿੱਚ ਕੋਈ ਬਹੁਤਾ ਆਨੰਦ ਆਉਣ ਵਾਲਾ ਨਹੀਂ, ਮੈਨੂੰ ਕੋਈ ਆਨੰਦ ਲੱਗਦਾ ਨਹੀਂ ਹੈ। ਬਾਣੀ ਸੁੰਦਰ ਕੰਠੀ ਜੋਏ। ਕਿਉਂਕਿ ਸਭ ਤੋਂ ਸੁੰਦਰ ਜਿਹੜੀ ਚੀਜ਼ ਹੈ ਨਾ ਉਹ ਕੰਠ ਬਾਣੀ ਹੈ। ਗੁਰੂ ਕਿਹਾ ਸਿੱਖਾ ਤੇਰੇ ਭਾਗ ਵੱਡੇ ਨੇ ਜੋ ਸਤਿਗੁਰਾਂ ਨੇ ਤੈਨੂੰ ਬਾਣੀ ਬਖਸ਼ੀ ਹੈ। ਔਰ ਜਿਹੜੀ ਕੰਠ ਬਾਣੀ ਕੀਤੀ, ਕੰਠ ਤੋਂ ਭਾਵ ਹੁੰਦਾ ਵੀ ਜ਼ੁਬਾਨੀ ਯਾਦ ਕੀਤੀ ਹੈ। ਜਿਹੜੀ ਜ਼ੁਬਾਨੀ ਯਾਦ ਕਰਕੇ ਬਾਣੀ ਪੜ੍ਹਨੀ ਉਹਦਾ ਆਨੰਦ ਵੱਖਰਾ, ਉਹਦਾ ਸਵਾਦ ਵੱਖਰਾ। ਨੰਦ ਲਾਲ ਕਹਿਣ ਲੱਗੇ ਪਿਤਾ ਜੀ ਵੀ ਤੁਸੀਂ ਆਖਦੇ ਹੋ ਵੀ ਮੈਂ ਇਹਦੇ ਕੋਲੋਂ ਆ ਗਲ ਵਿੱਚ ਚਿੰਨ੍ਹ ਪਵਾ ਲਵਾਂ, ਚਿੰਨ੍ਹ ਪਵਾਇਆ ਕੀ ਹੋਣਾ, ਪਰ ਜਿਹੜੀ ਕੰਠ ਕਰਕੇ ਬਾਣੀ ਪੜ੍ਹਨੀ ਉਹਦਾ ਰਸ, ਉਹਦਾ ਸਵਾਦ, ਉਹਦਾ ਆਨੰਦ ਵੱਖਰਾ ਹੈ। ਮੋਰ ਗਰੇ ਪਹਿਰਾਵੋ ਸੋਏ। ਤੇ ਇਸ ਕਰਕੇ ਮੇਰੇ ਗਲ ਵਿੱਚ ਪਵਾਉਣਾ ਚਾਹੁੰਦੇ ਹੋ ਨਾ,
ਤੇ ਇਹ ਬਾਣੀ ਦਾ ਜਿਹੜਾ ਖਜ਼ਾਨਾ ਹੈ ਇਹ ਮੇਰੇ ਗਲ ਵਿੱਚ ਪਹਿਨਾਉਣਾ ਕਰੋ। ਗੁਰ ਪਰਮੇਸ਼ਵਰ ਜਸ ਜਿਸ ਮਾਹੀ, ਜਿਸ ਬਾਣੀ ਦੇ ਵਿੱਚ ਗੁਰੂ ਦਾ ਜਸ ਹੈ, ਜਿਸ ਬਾਣੀ ਵਿੱਚ ਪਰਮੇਸ਼ਰ ਦਾ ਜਸ ਹੈ। ਆਪਾਂ ਬਾਣੀ ਪੜ੍ਹਦੇ ਨਾ ਗੁਰੂ ਗ੍ਰੰਥ ਸਾਹਿਬ ਦੀ ਗੁਰਮੁਖੋ, ਇਹ ਸਾਰੀ ਬਾਣੀ ਵਿੱਚ ਪਰਮੇਸ਼ਰ ਦੀ ਸਿਫਤ ਹੈ, ਅਕਾਲ ਪੁਰਖ ਦੇ। ਤੇ ਭਾਈ ਨੰਦ ਲਾਲ ਵੀ ਉਹ ਬਚਨ ਕਰਦੇ ਪਏ, ਕਹਿਣ ਲੱਗੇ ਪਿਤਾ ਜੀ ਵੀ ਜੇ ਮੇਰੇ ਗਲ ਵਿੱਚ ਤੁਸੀਂ ਧਾਰਮਿਕ ਚਿੰਨ੍ਹ ਪਾਉਣਾ ਹੈ ਨਾ, ਕੋਈ ਗਲ ਦੇ ਵਿੱਚ ਮਾਲਾ ਪਾ ਲੈਂਦਾ, ਕੋਈ ਸਲੀਪ ਪਾ ਲੈਂਦਾ, ਕੋਈ ਗਲ ਦੇ ਵਿੱਚ ਹੋਰ ਧਰਮ ਦਾ ਧਾਰਮਿਕ ਚਿੰਨ੍ਹ ਪਾ ਲੈਂਦਾ, ਉਹਦੇ ਨਾਲ ਕੀ ਹੋਵੇਗਾ? ਨੰਦ ਲਾਲ ਕਹਿਣ ਲੱਗੇ ਵੀ ਜੇ ਤੁਸੀਂ ਮੈਨੂੰ ਧਾਰਮਿਕ ਰੰਗ ਦੇਣਾ ਹੀ ਚਾਹੁੰਦੇ ਹੋ ਨਾ, ਤਾਂ ਮੈਨੂੰ ਬਾਣੀ ਦੀ ਮਾਲਾ, ਇਹ ਬਾਣੀ ਮੇਰੇ ਕੰਠ ਹੋ ਜਾਵੇ, ਨਾਮ ਮੈਨੂੰ ਯਾਦ ਆ ਜਾਵੇ, ਐਸੀ ਮੈਨੂੰ ਕੋਈ ਦਾਤ ਦੇਣਾ ਕਰੋ। ਵਰਣਨ ਕਰਤੇ ਤ੍ਰਿਪਤੋ ਨਾਹੀ, ਮੈਂ ਬਾਣੀ ਪੜ੍ਹਦਿਆਂ ਰੱਜਦਾ ਨਹੀਂ, ਮੇਰਾ ਮਨ ਨਹੀਂ ਰੱਜਦਾ, ਮੇਰਾ ਜੀ ਕਰਦਾ ਵੀ ਇੱਕ ਪਾਠ ਕੀਤਾ ਇੱਕ ਹੋਰ ਕਰ ਲਵਾਂ, ਪਰਮਾਤਮਾ ਦਾ ਇੰਨਾ ਕੁ ਜਸ ਕੀਤਾ ਹੋਰ ਕਰ ਲਵਾਂ, ਮੇਰਾ ਮਨ ਤੇ ਜਸ ਵੱਲੋਂ ਰੱਜਦਾ ਹੀ ਨਹੀਂ ਹੈ। ਮੇਰਾ ਮਨ ਕਰਦਾ ਵੀ ਹਰ ਵੇਲੇ ਉਹਦੀ ਸਿਫਤ ਕਰਾਂ। ਸਦਾ ਕੰਠ ਮੈਂ ਸੁੰਦਰ ਸੋ ਹੈ, ਕਿਉਂਕਿ ਇਹ ਬਾਣੀ ਜਿਹੜੀ ਹੈ ਸਦਾ ਹੀ ਸੁੰਦਰ ਹੈ ਤੇ ਮੇਰੇ ਗਲੇ ਵਿੱਚ ਇਹੋ ਹੀ ਸ਼ੋਭਾ ਪਾਉਂਦੀ ਹੈ। ਜਦੋਂ ਮੈਂ ਇਸ ਗਲੇ ਦੇ ਨਾਲ ਉਸ ਦੀ ਸਿਫਤ ਕਰਦਾ ਹਾਂ, ਮੇਰਾ ਗਲਾ ਵੀ ਉਸ ਵੇਲੇ ਤਰੋ ਤਾਜ਼ਾ ਰਹਿੰਦਾ, ਮੈਨੂੰ ਆਨੰਦ ਵੀ ਵੱਖਰਾ ਆਉਂਦਾ ਹੈ। ਪਠਨ ਸੁਨਨ ਤੇ ਜਨ ਮਨ ਮੋਹ ਹੈ, ਕਿਉਂਕਿ ਇਹ ਬਾਣੀ ਜਿਹੜੀ ਹੈ ਪੜ੍ਹਨ ਵਾਲਿਆਂ ਤੇ ਸੁਣਨ ਵਾਲਿਆਂ ਦੇ ਮਨ ਨੂੰ ਮੋਹ ਲੈਂਦੀ ਹੈ। ਇਹ ਬਾਣੀ ਐਸੀ ਹੈ ਜਿਹੜਾ ਬਾਣੀ ਪੜ੍ਹੇਗਾ ਉਹਦਾ ਮਨ ਵੀ ਗੁਰੂ ਵੱਲੇ ਮੋਹਿਆ ਜਾਂਦਾ ਹੈ, ਜਿਹੜਾ ਬਾਣੀ ਸੁਣੇਗਾ ਉਹਦਾ ਮਨ ਵੀ ਮੋਹਿਆ ਜਾਂਦਾ ਹੈ। ਭਾਈ ਜੋਧ ਜੀਆਂ ਦੇ ਕੋਲੋਂ ਭਾਈ ਲਹਿਣਾ ਜੀ ਨੇ ਬਾਣੀ ਸੁਣੀ ਹੈ, ਸੁਣਾਉਣ ਵਾਲੇ ਦਾ ਮਨ ਵੀ ਮੋਹਿਆ ਹੋਇਆ ਬਾਣੀ ਨੇ ਤੇ ਸੁਣਨ ਵਾਲੇ ਦਾ ਵੀ। ਭਾਈ ਜੋਧ ਜੀ ਦੇ ਕੋਲੋਂ ਸੁਣ ਕੇ ਬਚਨ ਤੇ ਫਿਰ ਭਾਈ ਲਹਿਣਾ ਜੀ ਨੇ ਆਖਿਆ ਇਹ ਜਿਹਦੀ ਬਾਣੀ ਹੈ ਨਾ, ਮੈਨੂੰ ਉਹਦੀ ਦੱਸ ਪਾ, ਮੈਂ ਉਹਦੇ ਕੋਲ ਜਾਣਾ ਚਾਹੁੰਦਾ। ਤੇ ਭਾਈ ਲਹਿਣਾ ਜੀ ਨੇ ਦੱਸਿਆ, ਕਹਿਣ ਲੱਗੇ ਵੀ ਜਿਸ ਦੀ ਇਹ ਬਾਣੀ ਹੈ ਉਹ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਿਰਾਜੇ ਨੇ ਗੁਰੂ। ਤੇ ਫਿਰ ਭਾਈ ਲਹਿਣਾ ਜੀ ਉੱਥੇ ਫਿਰ ਗਏ, ਗੁਰੂ ਨੂੰ ਜਾ ਕੇ ਪ੍ਰਾਪਤ ਹੋਏ। ਸੋ ਇੱਥੇ ਬਚਨ ਆ ਗਿਆ, ਕਹਿਣ ਲੱਗੇ ਵੀ ਇਹ ਬਾਣੀ ਜਿਹੜੀ ਹੈ ਨਾ, ਪੜ੍ਹਨ ਵਾਲੇ ਸੁਣਨ ਵਾਲੇ ਦੋਨਾਂ ਦਾ ਮਨ ਮੋਹ ਲੈਂਦੀ ਹੈ। ਬਾਣੀ ਪੜ੍ਹਨ ਵਾਲਾ ਵੀ ਗੁਰੂ ਨੂੰ ਸਮਰਪਿਤ ਹੋ ਜਾਂਦਾ ਹੈ, ਬਾਣੀ ਸੁਣਨ ਵਾਲਾ ਵੀ ਗੁਰੂ ਚਰਨਾਂ ਦਾ ਭੋਰਾ ਬਣ ਜਾਂਦਾ ਹੈ। ਬਰਖ ਹਜ਼ਾਰੋਂ ਵਰਦਤ ਰਹਿ, ਕਿਉਂਕਿ ਇਹ ਜਿਹੜੀ ਬਾਣੀ ਹੈ ਹਜ਼ਾਰਾਂ ਸਾਲਾਂ ਤੋਂ ਵੱਧ ਹੀ ਰਹਿੰਦੀ ਹੈ ਤੇ ਹਜ਼ਾਰਾਂ ਸਾਲਾਂ ਤੋਂ ਲੋਕ, ਜਦੋਂ ਤੋਂ ਦੁਨੀਆ ਬਣੀ ਹੈ ਉਦੋਂ ਤੋਂ ਲੋਕ ਪ੍ਰਮਾਤਮਾ ਦੀ ਸਿਫਤ ਕਰਦੇ ਆਉਂਦੇ। ਜਗ ਮੈਂ ਜਸ ਆਗੇ ਗਤਲ ਹੈ, ਇਹ ਸੰਸਾਰ ਦੇ ਵਿੱਚ ਵੀ ਨਾਮ ਜਪਣ ਵਾਲੇ ਦੀ ਸਿਫਤ ਹੈ ਤੇ ਜਦੋਂ ਸਰੀਰ ਛੱਡ ਕੇ ਪਰਲੋਕ ਨੂੰ ਜਾਵਾਂਗੇ ਉੱਥੇ ਵੀ ਨਾਮ ਜਪਣ ਵਾਲੇ ਦੀ ਸਿਫਤ ਹੈ। ਮਹਾਰਾਜ ਜੀਆਂ ਦਾ ਬਚਨ ਆਪਾਂ ਪੜ੍ਹਦੇ ਹਾਂ, ਜਿਨੀ ਨਾਮ ਧਿਆਇਆ ਗਏ ਮੁਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਨਾਲ ਜਿਨੇ ਨਾਮ ਜਪਿਆ ਹੈ ਉਹ ਇੱਥੇ ਵੀ ਸਫਲਾ ਹੈ, ਇੱਥੇ ਵੀ ਚੜ੍ਹਦੀ ਕਲਾ, ਇੱਥੇ ਵੀ ਸਤਿਕਾਰ ਹੈ। ਤੇ ਜਦੋਂ ਗੁਰਮੁਖ ਸਰੀਰ ਛੱਡ ਕੇ ਪਰਲੋਕ ਨੂੰ ਜਾਏਗਾ ਨਾ, ਉਹ ਆਪ ਵੀ ਤਰੇਗਾ, ਜਿਹੜੇ ਨਾਲ ਸੰਗਤ ਕਰਦੇ ਹੋਣਗੇ ਉਹਨਾਂ ਨੂੰ ਵੀ ਨਾਲ ਹੀ ਉਤਾਰ ਦੇਵੇਗਾ। ਐਸੀ ਇਹ ਬਾਣੀ ਹੈ, ਐਸਾ ਪ੍ਰਮਾਤਮਾ ਦਾ ਨਾਮ ਹੈ। ਭਾਈ ਨੰਦ ਲਾਲ ਜੀ ਕਹਿਣ ਲੱਗੇ, ਕਹਿੰਦੇ ਮੈਨੂੰ ਇਹ ਪਤਾ ਵੀ ਜਿਹੜਾ ਪ੍ਰਮਾਤਮਾ ਦੀ ਸਿਫਤ ਕਰਦਾ ਹੈ ਉਹ ਆਪ ਵੀ ਤਰਦਾ ਹੈ ਤੇ ਜਿਹੜੇ ਉਹਦੀ ਸੰਗਤ ਕਰਦੇ ਉਹ ਵੀ ਤਰ ਜਾਂਦੇ ਹਨ। ਨਿਤ ਤਾਰੀਫ ਗੁਰੂ ਕੀ ਕਰੋ, ਮੈਂ ਤੇ ਗੁਰੂ ਦੀ ਤਾਰੀਫ ਕਰਾਂਗਾ। ਜਿਸ ਗੁਰੂ ਨੇ ਬਾਣੀ ਰਚੀ ਹੈ ਨਾ ਗੁਰਮੁਖੋ, ਮੈਂ ਉਸ ਗੁਰੂ ਦੀ ਸਿਫਤ ਕਰਾਂਗਾ, ਮੈਂ ਉਸ ਗੁਰੂ ਦੀ ਵਡਿਆਈ ਕਰਦਾ ਹਾਂ। ਆਵਨ ਪਰਮੇਸ਼ਰ ਜਸ ਰਰਉ, ਮੈਂ ਤੇ ਪਰਮੇਸ਼ਰ ਦੇ ਜਸ ਨੂੰ ਉਚਾਰਨ ਕਰਾਂਗਾ। ਜਿਸ ਬਾਣੀ ਵਿੱਚ ਪਰਮਾਤਮਾ ਦੀ ਸਿਫਤ ਹੈ ਮੈਂ ਬਾਣੀ ਉਹ ਪੜਾਂਗਾ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ, ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ। ਬਿਨਾ ਸਮਾਣੀ, ਇਹ ਬਾਣੀ ਸਮਾਉਂਦੀ ਵੀ ਉਹਨਾਂ ਹਿਰਦਿਆਂ ਵਿੱਚ ਜਿਨ੍ਹਾਂ ਉੱਪਰ ਉਹਦੀ ਨਜ਼ਰ ਹੋਵੇ, ਉਹਦੀ ਕਿਰਪਾ ਹੋਵੇ, ਕਿਉਂਕਿ ਇਸ ਬਾਣੀ ਵਿੱਚ ਪਰਮਾਤਮਾ ਦੀ ਸਿਫਤ ਹੈ। ਭਾਈ ਨੰਦ ਲਾਲ ਜੀ ਉਹ ਬੈਰਾਗੀ ਗੁਰੂ ਆ ਕੇ ਬੈਠਾ ਨਾ, ਨਾਲ ਪਿਤਾ ਵੀ ਬੈਠੇ ਹੋਏ, ਦੋਨਾਂ ਨੂੰ ਕਹਿ ਰਿਹਾ, ਕਹਿੰਦੇ ਵੀ ਇਹਦੀ ਦਿੱਤੀ ਹੋਈ ਕੰਠੀ ਨਹੀਂ ਮੈਂ ਗਲ ਵਿੱਚ ਪਾਵਾਂਗਾ, ਮੈਂ ਤੇ ਜਿਹੜੀ ਗੁਰਬਾਣੀ ਕੰਠ ਕੀਤੀ ਹੈ ਮੈਂ ਤੇ ਉਹਨੂੰ ਹੀ ਪੜਾਂਗਾ ਜਿਹਦੇ ਵਿੱਚ ਗੁਰੂ ਨੇ ਪਰਮੇਸ਼ਰ ਦੀ ਸਿਫਤ ਲਿਖੀ ਹੈ। ਸੁਣਤ ਬੈਸਨੋ ਭਇਓ ਪ੍ਰਸੰਨ, ਉਹ ਜਿਹੜਾ ਬੈਸਨੂ ਸੀ ਨਾ, ਸਾਧ ਸੁਣ ਕੇ ਨੰਦ ਲਾਲ ਦੇ ਬਚਨ, ਵੀ 12 ਸਾਲ ਦਾ ਬੱਚਾ ਇੰਨਾ ਗਿਆਨ ਰੱਖਦਾ, ਇੰਨੀ ਸੋਝੀ ਰੱਖਦਾ,
ਉਹ ਵੈਸ਼ਨਵ ਜਿਹੜਾ ਗੁਰੂ ਆਇਆ ਨਾ, ਉਹ ਬੜਾ ਖੁਸ਼ ਹੋਇਆ ਐਸੇ ਗਿਆਨ ਵਾਲੇ ਬਚਨ ਸੁਣ ਕੇ। ਸੁਤਹਿ ਸਿੱਧ ਬਾਲਕ ਇਹ ਧਨ। ਤੇ ਉਸ ਵੇਲੇ ਆਖਦਾ ਵੀ ਇਹ ਸੁਤੇ ਸਿੱਧ ਬਾਲਕ ਧਨ ਹੀ ਹੈ। ਇਹ ਸਾਰਿਆਂ ਨੂੰ ਇਹ ਦਾਤਾਂ ਨਹੀਂ ਪ੍ਰਾਪਤ ਹੁੰਦੀਆਂ, ਇਹ ਦਾਤਾਂ ਕਿਸੇ ਕਿਸੇ ਨੂੰ ਪ੍ਰਾਪਤ ਹੁੰਦੀਆਂ। ਇਹ ਬੱਚੇ ਨੂੰ ਇੰਨਾ ਗਿਆਨ ਹੈ, 12 ਸਾਲ ਦੀ ਉਮਰ ਵਿੱਚ ਇਹ ਰੱਬ ਦੀ ਗੱਲ ਕਰਦਾ, ਬਾਣੀ ਦੀ ਗੱਲ ਕਰਦਾ, ਲੋਕ ਪਰਲੋਕ ਸਫਲੇ ਦੀ ਗੱਲ ਕਰਦਾ ਪਿਆ। ਇਹ ਕੋਈ ਬਾਲਕ ਆਮ ਨਹੀਂ, ਇਹ ਕੋਈ ਬਹੁਤ ਸਿਆਣੀ ਮੱਤ ਵਾਲਾ ਹੈ। ਉਸ ਵੇਲੇ ਉਹ ਬੈਰਾਗੀ ਸਾਧੂ ਵੀ ਬੜਾ ਹੈਰਾਨ ਹੋਇਆ ਹੈ। ਅਸ ਕੰਠੀ ਮਮ ਨਿਕਟ ਨ ਹੈ। ਉਹ ਸਾਧੂ ਬੋਲ ਪਿਆ, ਬੈਰਾਗੀ ਕਹਿਣ ਲੱਗਾ, ਪੁੱਤਰ ਗੱਲ ਇਹ ਹੈ, ਜਿਹੜੀ ਕੰਠੀ ਤੂੰ ਮੰਗਦਾ ਪਿਆ ਇਹਦੇ ਵਰਗੀ ਮੇਰੇ ਕੋਲ ਕੋਈ ਨਹੀਂ ਹੈਗੀ। ਮੈਂ ਤੈਨੂੰ ਐਵੇਂ ਝੂਠ ਬੋਲ ਦੇਵਾਂ ਵੀ ਹਾਂ ਮੈਂ ਲੋਕ ਪਰਲੋਕ ਵਿੱਚ ਤੇਰਾ ਭਲਾ ਕਰ ਦਿਆਂਗਾ, ਨਹੀਂ, ਐਸੀ ਤਾਕਤ ਮੇਰੇ ਕੋਲ ਨਹੀਂ ਹੈ, ਨਾ ਹੀ ਕੋਈ ਐਸੀ ਮੇਰੇ ਕੋਲ ਕੰਠੀ ਹੈ। ਜਿਸ ਢਿੱਗ ਹੋਏ ਤਿਸੀ ਤੇਲ ਹੈ। ਇਹ ਤੇ ਹੁਣ ਜਿਹਦੇ ਕੋਲ ਹੋਵੇਗੀ ਉਹੀ ਦੇਵੇਗਾ ਨਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਸੀ ਨਾ, ਮੈਂ ਇਹ ਜਨੇਊ ਨਹੀਂ ਪਾਉਣਾ। ਪੰਡਤ ਆਇਆ ਨਾ ਹਰਦਿਆਲ ਜਨੇਊ ਲੈ ਕੇ, ਜਿਵੇਂ ਇਹ ਪ੍ਰਸੰਗ ਆਉਂਦਾ ਪਿਆ, ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਥੋੜ੍ਹੇ ਜਿਹੇ ਸੋਝੀ ਵਾਲੇ ਹੋਏ, ਸਰੀਰ ਦੀ ਖਬਰ ਵਾਲੇ ਹੋਏ, ਤੇ ਪਿਤਾ ਨੇ ਸੋਚਿਆ ਵੀ ਗਲ ਵਿੱਚ ਜਨੇਊ ਪਾਈਏ। ਪੰਡਤ ਹਰਦਿਆਲ ਨੂੰ ਬੁਲਾਇਆ, ਉਹਨੇ ਜਨੇਊ ਵਟਿਆ, ਗੱਠਾਂ ਪਾਈਆਂ, ਗਲ ਵਿੱਚ ਪਾਉਣ ਲੱਗਾ। ਮਹਾਰਾਜ ਕਹਿਣ ਲੱਗੇ ਵੀ ਗਲ ਵਿੱਚ ਪਾਉਣ ਤੋਂ ਪਹਿਲਾਂ ਦੱਸੋ ਤੇ ਸਹੀ ਨਾ ਵੀ ਇਹਦਾ ਮਤਲਬ ਕੀ ਹੈ, ਇਹਦਾ ਭਾਵ ਕੀ ਹੈ, ਕਰੇਗਾ ਕੀ। ਤੇ ਉਸ ਵੇਲੇ ਹਰਦਿਆਲ ਪੰਡਤ ਨੇ ਗੁਣ ਦੱਸੇ ਤੇ ਸਤਿਗੁਰੂ ਕਹਿਣ ਲੱਗੇ ਵੀ ਇਹਦੇ ਜਨੇਊ ਸਰੀਰ ਦੇ ਨਾਲ ਹੀ ਸੜ ਜਾਣਾ, ਇਹ ਤੇ ਪਰਲੋਕ ਵਿੱਚ ਜਾਣਾ ਹੀ ਕੋਈ ਨਹੀਂ ਨਾਲ। ਤੇ ਨਾਲੇ ਜੇ ਮੈਂ ਜਨੇਊ ਪਾ ਵੀ ਲਵਾਂ, ਜਨੇਊ ਪਾ ਕੇ ਮੈਂ ਝੂਠ ਬੋਲੀ ਜਾਵਾਂ, ਮੈਂ ਕੁਕਰਮ ਕਰੀ ਜਾਵਾਂ, ਮੈਂ ਲੋਕਾਂ ਨਾਲ ਠੱਗੀ ਮਾਰੀ ਜਾਵਾਂ, ਤੇ ਜਨੇਊ ਪਾਉਣ ਦਾ ਲਾਭ ਕੀ ਹੋਇਆ। ਪੰਡਤ ਹਰਦਿਆਲ ਨੇ ਸੁਣੇ ਬਚਨ ਤੇ ਉਸ ਵੇਲੇ ਜਾਣਿਆ ਵੀ ਇਹ ਬਾਲਕ ਕੋਈ ਗੈਬੀ ਸ਼ਕਤੀ ਦਾ ਮਾਲਕ ਹੈ, ਕੋਈ ਗਿਆਨੀ ਲੱਗਦਾ ਜਿਹੜਾ ਐਸੀਆਂ ਗੱਲਾਂ ਕਰਦਾ। ਸਤਿਗੁਰਾਂ ਨੂੰ ਪੁੱਛਿਆ, ਮਹਾਰਾਜ ਤੁਸੀਂ ਕਿਸ ਜਨੇਊ ਦੀ ਗੱਲ ਕਰਦੇ ਹੋ? ਤੇ ਸਤਿਗੁਰਾਂ ਨੇ ਬਚਨ ਕੀਤਾ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ 7 ਵੱਟ। ਜਨੇਊ ਬਣਾਉਣਾ ਹੈ ਦਇਆ ਰੂਪੀ ਕਪਾਹ ਹੋਵੇ, ਕਿਉਂਕਿ ਕਪਾਹ ਤੋਂ ਹੀ ਅੱਗੇ ਬਣੇਗਾ ਨਾ ਸੂਤ। ਤੇ ਕਪਾਹ ਕਿਹੜੀ ਹੈ? ਦਇਆ ਰੂਪ ਕਪਾਹ ਹੋਵੇ। ਦਇਆ ਕਪਾਹ ਸੰਤੋਖ ਸੂਤ, ਜਿਹੜਾ ਸੰਤੋਖ ਧਾਰਨ ਕਰਨਾ। ਪਰਮਾਤਮਾ ਨੇ ਜੋ ਦਿੱਤਾ ਹੈ ਮੇਰੇ ਵਾਸਤੇ ਉਹ ਬੜਾ ਹੈ, ਮੇਰੇ ਵਾਸਤੇ ਬਹੁਤਾ ਹੈ। ਮੈਨੂੰ ਇੰਨਾ ਹੀ ਚਾਹੀਦਾ ਸੀ, ਜਿੰਨਾ ਚਾਹੀਦਾ ਉਹ ਤੋਂ ਵੱਧ ਮੈਨੂੰ ਮਿਲਿਆ, ਇਹ ਸੰਤੋਖ ਰੱਖਣਾ। ਮਹਾਰਾਜ ਕਹਿਣ ਲੱਗੇ ਇਹ ਸੂਤ ਹੈ। ਜਤ ਗੰਢੀ, ਜਿਹੜਾ ਜਤ ਰੱਖਣਾ, ਜਤ ਸਤ ਰੱਖਣਾ, ਇਹ ਗੰਢਾਂ ਪਾਈਆਂ। ਜਤ ਗੰਢੀ 7 ਵੱਟ, ਤੇ ਸੱਚ ਬੋਲਣਾ, ਇਹ ਵੱਟ ਚਾੜਨਾ ਹੈ। ਇਹੋ ਜਨੇਊ ਜੀ ਕਾ ਹਈ ਤਾਂ ਭਾਂਡੇ ਘੱਤ। ਐ ਭਾਂਡੇ, ਜੇ ਤੇਰੇ ਕੋਲ ਇਹੋ ਜਿਹਾ ਜਨੇਊ ਹੈ ਤੇ ਫਿਰ ਸਾਡੇ ਗਲ ਵਿੱਚ ਪਾ ਦੇ, ਨਾ ਇਹੋ ਟੁੱਟੈ ਨਾ ਮੱਲ ਲੱਗੇ। ਜਿਹੜਾ ਆਪਾਂ ਗਲ ਵਿੱਚ ਜਨੇਊ ਪਾਵਾਂਗੇ ਨਾ, ਟੁੱਟ ਵੀ ਜਾਂਦਾ ਹੌਲੀ ਹੌਲੀ, ਉਹ ਧਾਗਾ ਜਿਹੜਾ ਕਮਜ਼ੋਰ ਹੋ ਜਾਂਦਾ, ਟੁੱਟ ਜਾਂਦਾ, ਦੁਬਾਰਾ ਫਿਰ ਵਟਣਾ ਪੈਂਦਾ। ਜਿਹੜਾ ਜਨੇਊ ਗਲ ਵਿੱਚ ਪਾਵਾਂਗੇ ਉਹ ਮੈਲਾ ਵੀ ਹੋ ਜਾਵੇਗਾ ਸਰੀਰ ਦੇ ਪਸੀਨੇ ਦੇ ਨਾਲ, ਤੇ ਉਹ ਸੜ ਵੀ ਜਾਵੇਗਾ। ਪਰ ਮਹਾਰਾਜ ਕਹਿਣ ਲੱਗੇ ਨਾ ਇਹੋ ਟੁੱਟੈ ਨਾ ਮੱਲ ਲੱਗੈ, ਨਾ ਇਹੋ ਜਲੈ ਨਾ ਜਾਏ। ਜਿਹੜਾ ਜਨੇਊ ਅਸੀਂ ਦੱਸਦੇ ਪਏ ਹਾਂ, ਟੁੱਟਦਾ ਵੀ ਨਹੀਂ, ਇਹ ਜਲਦਾ ਵੀ ਨਹੀਂ, ਇਹ ਟੁੱਟਦਾ ਵੀ ਨਹੀਂ, ਇਹ ਕਿਤੇ ਜਾਂਦਾ ਵੀ ਨਹੀਂ, ਮੈਲਾ ਵੀ ਨਹੀਂ ਹੁੰਦਾ। ਧੰਨ ਸੋ ਮਾਨਸ ਨਾਨਕਾ, ਉਹ ਮਨੁੱਖ ਧੰਨ ਨੇ ਜਿਨ੍ਹਾਂ ਨੇ ਇਹੋ ਜਿਹਾ ਜਨੇਊ ਪਾਇਆ। ਇੱਥੇ ਨੰਦ ਲਾਲ ਵੀ ਬਚਨ ਕਰਦੇ ਪਏ, ਕਹਿਣ ਲੱਗੇ ਵੀ ਮੈਂ ਇਹ ਕੰਠੀ ਕੱਲੀ ਗਲ ਵਿੱਚ ਪਾ ਕੇ ਧਾਰਮਿਕ ਚਿੰਨ੍ਹ, ਆਪਾਂ ਵੀ ਗਲ ਵਿੱਚ ਫੋਟੋਆਂ ਪਾਈਆਂ ਨਾ, ਕਿਸੇ ਨੇ ਦੇਵਤੇ ਦੀ ਪਾਈ ਹੈ, ਕਿਸੇ ਨੇ ਕਿਸੇ ਸਾਧੂ ਦੀ ਪਾਈ ਹੈ, ਕਿਸੇ ਨੇ ਕਿਸੇ ਦੀ ਪਾਈ ਹੈ, ਕੋਈ ਗਲ ਦੇ ਵਿੱਚ ਉਹ ਸਲੀਪ ਪਾਈ ਹੈ ਈਸਾਈਆਂ ਵਾਲੀ, ਕਿਸੇ ਨੇ ਗਲ ਵਿੱਚ ਮਾਲਾ ਪਾਈ ਹੈ। ਅਸੀਂ ਵੀ ਧਾਰਮਿਕ ਚਿੰਨ੍ਹ ਇਹੋ ਜਿਹੇ ਪਾ ਕੇ ਤੁਰੇ ਫਿਰਦੇ। ਨੰਦ ਲਾਲ ਜੀ ਕਹਿੰਦੇ ਵੀ ਦੱਸੋ ਇਹਦਾ ਮਤਲਬ ਕੀ ਹੈ? ਹੁਣ ਗਲ ਵਿੱਚ ਕੱਲੀ ਸਲੀਪ ਪਾ ਲਈ ਹੈ, ਉਹਨੇ ਮੁਕਤ ਥੋੜ੍ਹੀ ਕਰ ਦੇਣਾ। ਗਲ ਵਿੱਚ ਕੱਲੀ ਮਾਲਾ ਪਾ ਲਈ ਹੈ, ਉਹਨੇ ਵੀ ਨਹੀਂ ਮੁਕਤ ਕਰਨਾ। ਗੱਜ 3.5 ਧੋਤੀਆਂ ਤੇਹਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ। ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ, ਐਸੇ ਸੰਤ ਨ ਮੋਕੋ ਭਾਵੈ ਡਾਲਾ ਸਿਉ ਪੇਡਾ ਗਟਕਾਵੈ। ਕਬੀਰ ਸਾਹਿਬ ਦਾ ਬਚਨ ਹੈ, ਉਹਨਾਂ ਨੇ ਸਮਝਾਇਆ।
ਕੱਲੀ ਮਾਲਾ ਗਲ ਵਿੱਚ ਪਾਉਣ ਦੇ ਨਾਲ, ਸਲੀਬ ਪਾਉਣ ਦੇ ਨਾਲ, ਧਾਰਮਿਕ ਫੋਟੋ ਪਾਉਣ ਦੇ ਨਾਲ ਕੋਈ ਕਿਸੇ ਸਾਧੂ ਨੂੰ ਮੰਨਦਾ, ਕੋਈ ਕਿਸੇ ਡੇਰੇਦਾਰ ਨੂੰ ਮੰਨਦਾ, ਕੋਈ ਕਿਸੇ ਪਖੰਡੀ ਨੂੰ ਮੰਨਦਾ ਹੈ, ਉਹਨਾਂ ਦੀਆਂ ਫੋਟੋ ਗਲ ਵਿੱਚ ਪਾ ਲਈਆਂ, ਇਹਦੇ ਨਾਲ ਮੁਕਤੀ ਨਹੀਂ ਹੋਣੀ, ਕੱਖ ਨਹੀਂ ਮਿਲਣਾ। ਮੁਕਤੀ ਹੋਣੀ ਹੈ ਜਿਹੜਾ ਜਪਿਆ ਹੋਇਆ ਨਾਮ ਹੈ। ਮਾਤਾ ਸਾਹਿਬ ਮਾਤਾ ਗੰਗਾ ਜੀ ਨੇ ਆਖਿਆ ਨਾ, ਸਾਡਾ ਜੀ ਕਰਦਾ ਗਲ ਵਿੱਚ ਗਹਿਣਾ ਪਾਈਏ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਦੁਨੀਆ ਦੇ ਗਹਿਣੇ ਨੇ, ਮੰਨ ਲਓ ਵੀ ਗਲ ਦਾ ਹਾਰ ਹੈ, ਕਾਂਟੇ ਬਾਲੀਆਂ, ਹੋਰ ਮੁੰਦਰੀਆਂ, ਛਾਪਾਂ, ਚੂੜੀਆਂ, ਇਹ ਜਿਹੜੇ ਸ਼ਿੰਗਾਰ ਨੇ, ਹਾਰ ਨੇ, ਗਹਿਣੇ ਨੇ, ਇਹ ਗਹਿਣੇ ਤੇਰੇ ਕੋਲ ਉਹਨਾਂ ਚਿਰ ਨੇ ਜਿੰਨਾ ਚਿਰ ਤੇਰੇ ਕੋਲ ਮਾਇਆ ਧਨ ਹੈ। ਜਿੱਦਣ ਧਨ ਚਲੇ ਗਿਆ ਇਹ ਸਰੀਰ ਦੇ ਗਹਿਣੇ ਵੀ ਵਿੱਚ ਨੇ ਪੈ ਸਕਦੇ, ਤੇ ਜਿੱਦਣ ਗੁਰਮੁਖੋ ਸਰੀਰ ਛੱਡ ਦਿੱਤਾ ਉਦੋਂ ਤੇ ਇਹ ਲਾ ਹੀ ਲੈ ਜਾਣਗੇ ਨਾ, ਸਰੀਰ ਦੇ ਨਾਲੋਂ ਨਾਲ ਨਹੀਂ ਜਾਣਗੇ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਗੰਗਾ ਜੀ ਤੁਹਾਨੂੰ ਗਹਿਣਾ ਹੀ ਇਹੋ ਜਿਹਾ ਦਿੰਦੇ ਆ, ਨਾ ਕੋਈ ਲਾ ਸਕੇਗਾ, ਉਹਦਾ ਫਾਇਦਾ ਵੀ ਹੋਵੇਗਾ। ਸਤਿਗੁਰੂ ਉਹ ਗਹਿਣਾ ਕਿਹੜਾ? ਤੇ ਮਹਾਰਾਜ ਸਾਹਿਬ ਜੀਆਂ ਨੇ ਫਿਰ ਬਾਣੀ ਉਚਾਰੀ, 52 ਅੱਖਰੀ ਬਾਣੀ। ਗੁਰੂ ਅਰਜਨ ਸਾਹਿਬ ਪਾਤਸ਼ਾਹ ਬਾਣੀ ਉਚਾਰ ਕੇ ਆਖਿਆ ਇਹ ਹੈ ਗਹਿਣਾ, ਇਹਨੂੰ ਆਪਣੇ ਜ਼ੁਬਾਨੀ ਯਾਦ ਕਰ ਲਓ, ਇਹਨੂੰ ਰੋਜ਼ ਪੜ੍ਹਿਆ ਕਰੋ, ਲੋਕ ਪਰਲੋਕ ਦੇ ਵਿੱਚ ਸਹਾਈ ਹੋਵੇਗਾ। ਇੱਥੇ ਵੀ ਪਦਾਰਥਾਂ ਦੀ ਕਮੀ ਕੋਈ ਨਹੀਂ, ਪਰਲੋਕ ਵਿੱਚ ਸੱਚਖੰਡ ਦੀ ਪ੍ਰਾਪਤੀ। ਮਾਤਾ ਗੰਗਾ ਜੀ ਨੂੰ ਇਹ ਕੁਝ ਕਰਨ ਦੀ ਲੋੜ ਨਹੀਂ ਹੈ, ਉਹ ਮੁਕਤ ਨੇ, ਉਹ ਗੁਰੂ ਪਤਨੀ ਨੇ, ਗੁਰੂ ਮਾਂ ਨੇ, ਉਹ ਤੇ ਬੰਦਗੀ ਹੈ, ਉਹ ਤੇ ਖੁਦ ਪਰਮੇਸ਼ਰ ਦਾ ਰੂਪ ਹੋ ਚੁੱਕੇ ਨੇ। ਪਰ ਉਹਨਾਂ ਦੇ ਜਰੀਏ ਸਾਨੂੰ ਸਮਝਾਇਆ ਇਸ ਬਾਣੀ ਨੂੰ ਪੜ੍ਹ ਲਾ ਤੇਰਾ ਭਲਾ ਹੋਵੇਗਾ। ਇੱਥੇ ਬਚਨ ਆ ਗਿਆ, ਕਹਿਣ ਲੱਗੇ ਜਿਸ ਟਿਕ ਹੋਏ ਤਿਸੀ ਤੇ ਲਹਿ। ਉਹ ਜਿਹੜਾ ਬੈਰਾਗੀ ਸਾਧੂ ਆਇਆ ਸੀ ਨਾ, ਕਹਿਣ ਲੱਗਾ ਆਨੰਦ ਲਾਲ ਨੂੰ ਵੀ ਮੇਰੇ ਕੋਲ ਇਹੋ ਜਿਹੀ ਨਹੀਂ ਉਹ ਮਾਲਾ ਹੈਗੀ ਜਿਹੜੀ ਤੂੰ ਗੱਲ ਕਰਦਾ, ਮਾਲਾ ਕਹਿ ਲਈਏ ਉਹ ਗਲ ਵਿੱਚ ਪਾਉਣ ਵਾਲੀ ਕੰਠੀ, ਮੇਰੇ ਕੋਲ ਨਹੀਂ ਹੈ, ਜਿਹਦੇ ਕੋਲ ਹੈ ਇਹ ਤੇ ਉਹਦੇ ਕੋਲੋਂ ਮਿਲ ਸਕਦੀ ਹੈ। ਸੁਮਤਵੰਤ ਇਹ ਬਾਲਕ ਹੋਵੇ। ਤੇ ਆਪਣੇ ਮਨ ਵਿੱਚ ਸੋਚਦਾ ਵੀ ਇਹ ਜਿਹੜਾ ਬੱਚਾ ਹੈ ਨਾ, ਵੀ ਇਹ ਬੜਾ ਸ੍ਰੇਸ਼ਟ ਮਤ ਵਾਲਾ, ਕਿਉਂਕਿ ਊਠ ਜਿਹੜਾ ਨਾ ਉਹ ਜੰਮਦਾ ਹੀ ਉੱਚਾ ਹੁੰਦਾ, ਦੂਰੋਂ ਦਿਸਣ ਲੱਗ ਪੈਂਦਾ। ਗਿਆਨਵਾਨ ਜਿਹੜਾ ਹੈ ਨਾ ਉਹ ਬਚਪਨ ਤੋਂ ਹੀ ਪਤਾ ਲੱਗ ਜਾਂਦਾ ਵੀ ਇਹ ਕਿੰਨੀ ਕੁ ਸੋਝੀ, ਕਿੰਨੀ ਕੁ ਅਕਲ ਦਾ ਮਾਲਕ ਹੋਣਾ। ਉਹ ਜਿਹੜਾ ਬੈਰਾਗੀ ਸਾਧੂ ਸੀ ਉਹ ਜਾਣ ਗਿਆ ਵੀ ਇਹ ਜਿਹੜਾ ਬੱਚਾ 12 ਸਾਲ ਦੀ ਉਮਰ ਵਿੱਚ ਇਹੋ ਜਿਹੀਆਂ ਗੱਲਾਂ ਕਰਦਾ ਹੈ ਨਾ, ਇਹ ਦੁਨੀਆ ਤੇ ਕੋਈ ਇਤਿਹਾਸ ਬਣਾਏਗਾ, ਇਹ ਦੁਨੀਆ ਤੇ ਕੁਝ ਆਪਣੀ ਛਾਪ ਛੱਡੇਗਾ, ਆਪਣਾ ਨਾਮ ਛੱਡ ਕੇ ਜਾਵੇਗਾ। ਜਾਣ ਗਿਆ ਬੈਰਾਗੀ ਸਾਧੂ ਵੀ ਇਹ ਬੱਚਾ ਕੋਈ ਆਮ ਨਹੀਂ ਹੈ। ਹਿਰਦੈ ਹਰ ਹਰ ਨਾਮ ਪਰੋਵੈ। ਇਹਦੇ ਹਿਰਦੇ ਵਿੱਚ ਤੇ ਨਾਮ ਪਹਿਲਾਂ ਹੀ ਵਸਿਆ ਹੋਇਆ। ਜਿਹੜਾ ਕਹਿੰਦਾ ਵੀ ਮੈਨੂੰ ਬਾਣੀ ਕੋਈ ਨਾਮ ਦੀ ਗੱਲ ਦੱਸੋ, ਕੋਈ ਪਰਮੇਸ਼ਰ ਦੀ ਗੱਲ ਦੱਸੋ, ਮੈਂ ਤੇ ਉਹੀ ਕਰਨੀ ਚਾਹੁੰਦਾ, ਆ ਧਾਰਮਿਕ ਚਿੰਨ੍ਹ ਮੈਂ ਨਹੀਂ ਪਾਉਣੇ, ਇਹਨਾਂ ਦਾ ਕੋਈ ਲਾਭ ਨਹੀਂ ਹੈ। ਇਹ ਬੱਚਾ ਆਉਣ ਵਾਲੇ ਸਮੇਂ ਵਿੱਚ ਕੋਈ ਆਵਿਸ਼ਕਾਰ ਕਰੇਗਾ, ਕੋਈ ਨਵੀਂ ਗੱਲ ਕਰੇਗਾ, ਇਹ ਦੁਨੀਆ ਤੇ ਨਾਂ ਚਮਕਾਏਗਾ। ਉਹ ਜਿਹੜਾ ਬੈਰਾਗੀ ਸਾਧੂ ਆਇਆ ਸੀ ਨਾ ਘਰ ਵਿੱਚ ਕੰਠੀ ਪਾਉਣ ਵਾਸਤੇ ਭਾਈ ਨੰਦ ਲਾਲ ਦੇ, ਉਹ ਇਸ ਗੱਲ ਨੂੰ ਸਮਝ ਗਿਆ ਤੇ ਇਹ ਗੱਲਾਂ ਮਨ ਵਿੱਚ ਸੋਚਦਾ ਹੈ। ਇਮ ਵਿਚਾਰ ਕਰ ਕਛੂ ਨਾ ਕਹਿਓ। ਉਹਨੇ ਕੁਛ ਨਹੀਂ ਕਿਹਾ, ਉਹਨੂੰ ਪਤਾ ਲੱਗ ਗਿਆ ਵੀ ਇਹ ਜਿਹੜੀ ਗੱਲ ਕਰਦਾ ਪਿਆ ਮੇਰੇ ਕੋਲ ਉਹ ਹੈ ਨਹੀਂ ਗੀ। ਉਹ ਚੁੱਪ ਕਰ ਗਿਆ। ਉਹਨੇ ਆਖਿਆ ਵੀ ਨਾ ਮੇਰੇ ਕੋਲ ਕੰਠੀ ਹੈ, ਨਾ ਮੈਂ ਤੈਨੂੰ ਕਹਿੰਦਾ ਪਾ ਤੇ ਨਾ ਮੈਂ ਕਹਿੰਦਾ ਨਾ ਪਾ। ਉਹ ਚੁੱਪ ਕਰ ਗਿਆ। ਉਹ ਜਿਹੜਾ ਗੁਰੂ ਆਇਆ ਸੀ ਨਾ ਘਰ ਵਿੱਚ, ਉਹਨੇ ਕੋਈ ਬਚਨ ਨਹੀਂ ਕੀਤਾ ਹੈ। ਨਿਜ ਅਸਥਾਨ ਜਾ ਇੱਥੇ ਤਲਹਿਓ। ਤੇ ਉਸ ਵੇਲੇ ਚਲਾ ਗਿਆ। ਉਹਨੇ ਰਾਮ ਰਮਈਆ ਆਖਿਆ, ਨਮਸਕਾਰ ਕੀਤੀ। ਜਿਹੜਾ ਜਲ ਪਾਣੀ ਪ੍ਰਸ਼ਾਦਾ ਪਾਣੀ ਭਾਈ ਛੱਜੂ ਰਾਮ ਨੇ ਬਣਾਇਆ ਸੀ, ਨੰਦ ਲਾਲ ਦੇ ਪਿਤਾ ਨੇ, ਉਹ ਜਿਹੜਾ ਬੈਰਾਗੀ ਆਇਆ ਸੀ ਉਹਨੇ ਪ੍ਰਸ਼ਾਦਾ ਪਾਣੀ ਛਕਿਆ ਤੇ ਰਾਮ ਨਮਸਤੇ ਕੀਤੀ ਤੇ ਉਹ ਆਪਣੇ ਡੇਰੇ ਚਲਾ ਗਿਆ। ਕਹਿਣ ਲੱਗਾ ਵੀ ਤੁਹਾਡੀ ਮਰਜ਼ੀ ਹੈ, ਪਾਉਣੀ ਕੰਠੀ ਪਾਓ, ਨਹੀਂ ਪਾਉਣੀ ਨਾ ਪਾਓ, ਧਰਮ ਦੇ ਕੰਮ ਦੇ ਵਿੱਚ ਕੋਈ ਧੱਕਾ ਨਹੀਂ ਹੈ। ਉਹ ਵਾਪਸ ਚਲੇ ਗਿਆ ਹੈ। ਨੰਦ ਲਾਲ ਕੋ ਪਿਤਾ ਵਿਚਾਰ। ਉਸ ਵੇਲੇ ਭਾਈ ਨੰਦ ਲਾਲ ਦੇ ਪਿਤਾ ਜਿਹੜੇ ਮਨ ਵਿੱਚ ਸੋਚਣ ਲੱਗ ਪਏ ਵੀ ਗੱਲ ਬੜੀ ਮਾੜੀ ਹੋਈ ਹੈ। ਧਾਰਮਿਕ ਆਗੂ ਮੈਂ ਘਰੇ ਲੈ ਕੇ ਆਇਆ, ਮੇਰੇ ਬੱਚੇ ਨੇ ਉਹਦੀ ਗੱਲ ਹੀ ਨਹੀਂ ਮੰਨੀ ਹੈ, ਉਹ ਖਾਲੀ ਹੱਥੀ ਬਰਾਂਗੀ ਮੁੜ ਗਿਆ। ਇਹ ਮੇਰੇ ਪੁੱਤਰ ਨੇ ਨੰਦ ਲਾਲ ਨੇ ਠੀਕ ਨਹੀਂ ਕੀਤਾ। ਪਿਤਾ ਨੂੰ ਇਸ ਗੱਲ ਦਾ ਉਸ ਵੇਲੇ ਗੁੱਸਾ ਹੈ। ਗੁਰੂ ਵੈਸਨੋ ਕਿਸ ਰਿਸ਼ ਧਾਰਤ। ਉਸ ਵੇਲੇ ਮਨ ਵਿੱਚ ਸੋਚਦਾ ਛੱਜੂ ਰਾਮ, ਭਾਈ ਨੰਦ ਲਾਲ ਦੇ ਪਿਤਾ ਦਾ ਨਾਮ ਛੱਜੂ ਰਾਮ ਹੈ। ਉਹ ਸੋਚਦੇ ਨੇ ਵੀ ਉਹ ਜਿਹੜਾ ਗੁਰੂ ਚਲਾ ਗਿਆ ਵਾਪਸ ਚੁੱਪ ਕਰਕੇ, ਨਾ ਉਹ ਕੁਝ ਬੋਲਿਆ ਨਾ ਉਹਨੇ ਕੋਈ ਬਚਨ ਕੀਤਾ, ਕਿਤੇ ਉਹ ਗੁੱਸਾ ਹੀ ਨਾ ਕਰ ਲਵੇ, ਸਾਡੇ ਤੇ ਕਿਤੇ ਕਰੋਪ ਹੀ ਨਾ ਹੋ ਜਾਵੇ, ਕਿਤੇ ਕੋਈ ਸ਼ਰਾਪ ਹੀ ਨਾ ਦੇ ਦੇਵੇ,
ਸਾਡਾ ਕੋਈ ਆਉਣ ਵਾਲੇ ਸਮੇਂ ਵਿੱਚ ਮਾੜਾ ਹੀ ਨਾ ਹੋ ਜਾਵੇ। ਭਾਈ ਛੱਜੂ ਰਾਮ ਜੀ ਡਰ ਗਏ ਵੀ ਮੇਰੇ ਪੁੱਤਰ ਨੇ ਉਸ ਧਾਰਮਿਕ ਬੰਦੇ ਦੀ ਗੱਲ ਨਹੀਂ ਮੰਨੀ ਹੈ, ਉਹਨੂੰ ਖਾਲੀ ਘਰੋਂ ਮੋੜਿਆ। ਉਹ ਚੁੱਪ ਕਰਕੇ ਵਾਪਸ ਚਲੇ ਗਿਆ ਆਪਣੇ ਡੇਰੇ ਦੇ ਵਿੱਚ। ਕਿਤੇ ਇਹ ਨਾ ਹੋਵੇ ਵੀ ਉਹ ਸਾਡੇ ਤੇ ਗੁੱਸੇ ਹੋ ਜਾਵੇ, ਸਾਨੂੰ ਕੋਈ ਸ਼ਰਾਪ ਦੇ ਦੇਵੇ। ਮਨ ਵਿੱਚ ਸੋਚ ਕੇ ਨਾਹਨ ਸੁਤ ਕੋ ਕੰਠੀ ਦਈ। ਮੇਰੇ ਪੁੱਤਰ ਨੂੰ ਉਹਨੇ ਕੰਠੀ ਦਿੱਤੀ ਨਹੀਂ, ਕਿਉਂਕਿ ਉਹ ਚੁੱਪ ਕਰ ਗਿਆ ਨਾ। ਜਦੋਂ ਨੰਦ ਲਾਲ ਨੇ ਆਖਿਆ ਵੀ ਮੈਨੂੰ ਉਹ ਚੀਜ਼ ਦਿਓ ਜਿਹਦਾ ਫਾਇਦਾ ਆ, ਮੈਂ ਨਿਸ਼ਾਨੀ ਨਹੀਂ ਗਲ ਵਿੱਚ ਪਾਉਣੀ, ਤੇ ਉਹ ਜਿਹੜਾ ਸਾਧੂ ਸੀ ਆਇਆ ਬੈਰਾਗੀ, ਉਹ ਚੁੱਪ ਕਰ ਗਿਆ, ਚਲਾ ਗਿਆ। ਨੰਦ ਲਾਲ ਦੇ ਪਿਤਾ ਸੋਚਦੇ ਪਏ ਵੀ ਉਹ ਨਾ ਗਲ ਵਿੱਚ ਕੰਠੀ ਪਾ ਕੇ ਗਿਆ, ਨਾ ਕੋਈ ਬਚਨ ਕਰਕੇ ਗਿਆ, ਵਾਪਸ ਮੁੜ ਗਿਆ ਹੈ। ਉਠ ਗਮਨਿਓ ਘਰ ਕਿਆ ਗਤ ਭਈ। ਉਹ ਉੱਠ ਕੇ ਆਪਦੇ ਘਰ ਨੂੰ ਚਲਾ ਗਿਆ। ਪਤਾ ਨਹੀਂ ਉਹ ਸਾਡੇ ਨਾਲ ਨਾਰਾਜ਼ ਹੋ ਗਿਆ, ਪਤਾ ਨਹੀਂ ਉਹਨੂੰ ਸਾਡੇ ਤੇ ਗੁੱਸਾ ਆ ਗਿਆ, ਪਤਾ ਨਹੀਂ ਉਹ ਸਾਨੂੰ ਕੋਈ ਸ਼ਰਾਪ ਦੇ ਗਿਆ। ਕੀ ਗੱਲ ਹੋਈ ਹੈ, ਸਾਨੂੰ ਤੇ ਇਸ ਗੱਲ ਦੀ ਸਮਝ ਨਹੀਂ ਪਈ ਹੈ। ਕਹਿਓ ਸਮੀਪ ਜਾਏ ਕਰ ਬੈਸਾ। ਕਹਿਣ ਲੱਗੇ ਵੀ ਫਿਰ ਨਾ ਇਹ ਗਿਆ, ਮਗਰ ਪਿਤਾ ਗਿਆ ਉਹਦੇ ਗੁਰੂ ਦੇ। ਜਿਹੜਾ ਗੁਰੂ ਮੁੜ ਗਿਆ ਨਾ, ਵਾਪਸ ਪਾ ਨਹੀਂ ਸਕਿਆ ਗਲ ਵਿੱਚ ਕੰਠੀ। ਪਿਤਾ ਨੇ ਸੋਚਿਆ ਵੀ ਪੁੱਤਰ ਦੇ ਨਿਆਣਾ, ਇਹਨੂੰ ਨਹੀਂ ਸਮਝਿਆ ਦੁਨੀਆਦਾਰੀ ਦੀ, ਗੁਰੂ ਨਾਰਾਜ਼ ਕਰ ਦਿੱਤਾ ਹੈ। ਮਾਫੀ ਮੰਗਣ ਵਾਸਤੇ ਭਾਈ ਛੱਜੂ ਰਾਮ ਜੀ ਗਏ ਮਗਰ ਉਹਦੇ ਡੇਰੇ ਦੇ ਵਿੱਚ, ਤੇ ਜਾ ਕੇ ਕੋਲ ਤੇ ਉਹਦੇ ਕੋਲ ਬੈਠ ਗਏ ਹਨ। ਹੱਥ ਜੋਰ ਬੋਲਾ ਬਚ ਐਸਾ। ਉਸ ਵੇਲੇ ਹੱਥ ਜੋੜ ਕੇ ਨਾ ਭਾਈ ਨੰਦ ਲਾਲ ਦੇ ਪਿਤਾ ਨੇ ਆਖਿਆ ਵੀ ਗੁਰੂ ਜੀ ਸਾਨੂੰ ਕਰ ਦਿਓ ਮਾਫ, ਮੇਰਾ ਪੁੱਤਰ ਹੈ ਅਣਜਾਣ ਬੇਸਮਝ ਛੋਟਾ, ਉਹਨੂੰ ਅਕਲ ਨਹੀਂ ਹੈ। ਜੇ ਤੁਹਾਡੀ ਨਰਾਦਰੀ ਹੋਈ ਹੈ, ਤੁਹਾਡੇ ਮਨ ਵਿੱਚ ਕੋਈ ਵੀ ਗੁੱਸਾ ਹੈ, ਤੇ ਮੈਂ ਹੱਥ ਜੋੜ ਕੇ ਮਾਫੀ ਮੰਗਦਾ, ਸਾਨੂੰ ਮਾਫ ਕਰ ਦੇਣਾ ਕਰੋ। ਕਿਰਪਾ ਕੰਠੀ ਗਰ ਪਾਵੋ। ਪਰ ਇੱਕ ਕਿਰਪਾ ਕਰੋ ਵੀ ਤੁਸੀਂ ਚੁੱਪ ਕਰਕੇ ਨਾ ਮੁੜੋ, ਤੁਸੀਂ ਸਾਨੂੰ ਹੁਕਮ ਦਿਓ, ਅਸੀਂ ਆਪਣੇ ਪੁੱਤਰ ਨੂੰ ਦੁਬਾਰਾ ਲੈ ਕੇ ਆ ਜਾਂਦੇ। ਤੁਸੀਂ ਉਹ ਕੰਠੀ ਗਲ ਵਿੱਚ ਜ਼ਰੂਰ ਪਾਓ, ਧਰਮ ਦਾ ਚਿੰਨ੍ਹ ਜ਼ਰੂਰ ਪਾਓ। ਚੁੱਪ ਕਰਕੇ ਤੁਸੀਂ ਆ ਗਏ ਹੋ, ਤੁਸੀਂ ਉਹ ਕਾਰਜ ਵਿਧੀ ਪੂਰੀ ਕੀਤੀ ਨਹੀਂ ਹੈ। ਇਸ ਤਰ੍ਹਾਂ ਨਾ ਕਰਨਾ ਕਰੋ। ਨੰਦ ਲਾਲ ਕੋ ਸਿੱਖ ਬਣਾਵੋ। ਨੰਦ ਲਾਲ ਨੂੰ ਆਪਣਾ ਸਿੱਖ ਬਣਾ ਲਓ, ਆਪਣਾ ਚੇਲਾ, ਆਪਣਾ ਸੇਵਕ ਬਣਾਉਣਾ ਕਰੋ। ਸੰਤ ਵੈਰਾਗੀ ਕਹਿਓ ਸੁਨਾਏ। ਜਦੋਂ ਵੈਰਾਗੀ ਸਾਧੂ ਨੇ ਸੁਣਿਆ ਨਾ ਨੰਦ ਲਾਲ ਦੇ ਪਿਤਾ ਦੇ ਬਚਨ ਵੀ ਇਹ ਮਾਫੀ ਮੰਗਦਾ ਪਿਆ, ਨਾਲੇ ਦੁਬਾਰਾ ਇਹ ਗੱਲ ਕਹਿੰਦਾ ਪਿਆ ਵੀ ਮੈਂ ਦੁਬਾਰਾ ਜਾ ਕੇ ਫਿਰ ਕੰਠੀ ਗਲ ਵਿੱਚ ਪਾਵਾਂ, ਇਹ ਗੱਲਾਂ ਸੁਣ ਕੇ ਉਹ ਬੈਰਾਗੀ ਸਾਧੂ ਨੇ ਫਿਰ ਅੱਗੋਂ ਜਵਾਬ ਦਿੱਤਾ ਇਹ ਜਗਿਆਸੀ ਸਹਿਜ ਸੁਭਾਏ। ਕਹਿਣ ਲੱਗਾ ਵੀ ਇਹ ਸੁੱਤੇ ਸਿੱਧ ਜਗਿਆਸੂ ਹੈ, ਮੇਰੇ ਮਨ ਵਿੱਚ ਕੋਈ ਗੁੱਸਾ ਨਹੀਂ ਹੈ, ਪਰ ਇਹ ਰੱਬ ਦੀ ਕਿਰਪਾ ਕਹਿ ਲਈਏ ਜਾਂ ਇਹਦੀ ਸੋਚ ਬਿਰਤੀ ਕਹਿ ਲਈਏ। ਇਹਦੀ ਉਮਰਾਂ ਭਾਵੇਂ 12 ਸਾਲ ਦੀ ਹੈ, ਪਰ ਅਸਲ ਵਿੱਚ ਇਹਦੇ ਮਨ ਵਿੱਚ ਜਗਿਆਸਾ ਹੈ। ਜਗਿਆਸਾ ਕਹੀਏ ਵੀ ਇਹਦੇ ਮਨ ਵਿੱਚ ਇੱਛਾ ਹੈ, ਇਹ ਇੱਛਾ ਲੈ ਕੇ ਬੈਠਾ ਹੋਇਆ ਹੈ। ਜਬ ਹੋਵੇ ਜੈ ਕੋ ਅਧਿਕਾਰੀ। ਕਹਿਣ ਲੱਗੇ ਜਦੋਂ ਜਿਸ ਦਾ ਕੋਈ ਅਧਿਕਾਰੀ ਹੋਵੇਗਾ, ਅਜੇ ਤੇ ਇਹ ਬੱਚਾ, ਆਪਾਂ ਬਦੋ ਬਦੀ ਧੱਕੇ ਦੇ ਨਾਲ ਕੁੱਟ ਕੇ, ਡਾਂਟ ਕੇ, ਡਰਾ ਕੇ ਇਹਦੇ ਗਲ ਵਿੱਚ ਕੰਠੀ ਪਾ ਵੀ ਦਿਆਂਗੇ। ਜਦੋਂ ਉਹਦਾ ਮਨ ਹੀ ਨਹੀਂ ਮੰਨਦਾ, ਸਾਡੇ ਕੰਠੀ ਪਾਉਣ ਦਾ ਲਾਭ ਕੀ ਹੋਵੇਗਾ? ਬੈਰਾਗੀ ਸਾਧੂ ਕਹਿ ਰਿਹਾ ਹੈ ਗੱਲ, ਤੁਸੀਂ ਅਜੇ ਰੁਕ ਜਾਓ। ਨੰਦ ਲਾਲ ਦੇ ਪਿਤਾ ਨੂੰ ਉਹ ਕਹਿ ਰਿਹਾ ਵੀ ਤੁਸੀਂ ਰੁਕ ਜਾਓ, ਕਾਹਲੀ ਨਾ ਕਰੋ, ਇਹਨੂੰ ਥੋੜਾ ਜਿਹਾ ਹੋਰ ਵੱਡਾ ਹੋ ਲੈਣ ਦਿਓ, 2-4 ਸਾਲ ਹੋਰ ਉਡੀਕੋ। ਇਹ ਵੱਡਾ ਹੋਵੇਗਾ ਨਾ, ਇਹਦੀ ਮੱਤ ਹੋਰ ਵੱਡੀ ਹੋਵੇਗੀ, ਫਿਰ ਆਪਾਂ ਇਹਦਾ ਹਿਸਾਬ ਕਿਤਾਬ ਲਾਵਾਂਗੇ ਵੀ ਇਹ ਕਿੱਧਰ ਨੂੰ ਚੱਲਣ ਵਾਲਾ, ਕਿਹੋ ਜਿਹੇ ਇਹਦੇ ਕੰਮ ਹੋਣਗੇ, ਕਿਹੋ ਜਿਹੀਆਂ ਦੀਆਂ ਗੱਲਾਂ ਹੋਣਗੀਆਂ, ਕਿਹੋ ਜਿਹੀ ਸੋਚ ਹੋਵੇਗੀ, ਫਿਰ ਆਪਾਂ ਨੂੰ ਪਤਾ ਲੱਗੇਗਾ, ਤੇ ਫਿਰ ਆਪਾਂ ਉਸ ਮੁਤਾਬਕ ਉਹ ਕਾਰਜ ਕਰਾਂਗੇ। ਬਣੇ ਸਿੱਖ ਚਿੰਤ ਵਿਸਾਰੀ। ਅਤੇ ਜੇ ਤੇ ਆਪਣਾ ਸਿੱਖ ਬਣ ਗਿਆ, ਮੇਰੇ ਕੋਲ ਆ ਗਿਆ ਤੇ ਮੈਂ ਕੰਠੀ ਪਾ ਦਿਆਂਗਾ, ਮੇਰੇ ਕੋਲ ਨਾ ਆਇਆ, ਇਹ ਗੁਰੂ ਵੱਲ ਚਲੇ ਗਿਆ ਤੇ ਫਿਰ ਗੁਰੂ ਦਾ ਸਿੱਖ ਬਣ ਜਾਏਗਾ, ਫਿਰ ਆਪਾਂ ਨੂੰ ਚਿੰਤਾ ਦੀ ਲੋੜ ਨਹੀਂ ਹੈ। ਸੁਣ ਤੂਸ਼ਨ ਪਿਤ ਤਿਸ ਕੋ ਭਇਓ। ਕਹਿਣ ਲੱਗੇ ਵੀ ਨੰਦ ਲਾਲ ਦੇ ਪਿਤਾ ਸੁਣ ਕੇ ਚੁੱਪ ਕਰ ਗਏ ਵੀ ਉਹ ਬੈਰਾਗੀ ਸਾਧੂ ਵੀ ਠੀਕ ਆਖਦਾ ਵੀ ਬੱਚੇ ਨਾਲ ਧੱਕਾ ਕਰਨਾ ਠੀਕ ਨਹੀਂ, ਬੱਚੇ ਦਾ ਮਨ ਹੈ ਕਿੱਧਰ ਨੂੰ ਚੱਲਣਾ ਪਤਾ ਕੋਈ ਨਹੀਂ ਹੈ, ਚਲੋ ਕੋਈ 2-4 ਸਾਲ ਵੇਖਦੇ ਆ ਇਹਦਾ ਮਨ ਕਿੱਧਰ ਨੂੰ ਤੁਰਦਾ ਹੈ। ਅਲੀ ਬੁਰੀ ਕੁਛ ਲਿਖਤ ਨਾ ਭਇਓ। ਤੇ ਲਖਤ ਨਾ ਭਇਓ, ਚੰਗਾ ਹੋਇਆ ਕਿ ਮਾੜਾ ਹੋਇਆ, ਪਿਤਾ ਤੋਂ ਵੀ ਇਹ ਗੱਲ ਜਾਣੀ ਨਹੀਂ ਗਈ। ਪਿਤਾ ਸੋਚਦਾ ਵੀ ਪਤਾ ਨਹੀਂ ਇਹ ਸਾਧੂ ਨਾਰਾਜ਼ ਹੋ ਗਿਆ ਕਿ ਜਾਂ ਮੇਰੇ ਪੁੱਤਰ ਨੇ ਗਲਤੀ ਕੀਤੀ ਹੈ, ਇਹ ਅਸੀਂ ਗਲ ਵਿੱਚ ਕੰਠੀ ਪਾਈ ਹੈ ਜਾਂ ਨਹੀਂ ਪਾਈ ਹੈ, ਇਹਦੇ ਨਾਲ ਸਾਡਾ ਚੰਗਾ ਹੋਇਆ ਕਿ ਸਾਡਾ ਮਾੜਾ ਹੋਇਆ, ਮੈਨੂੰ ਤੇ ਸਮਝ ਹੀ ਕੋਈ ਨਹੀਂ ਆਈ ਵੀ ਮੇਰੇ ਨਾਲ ਬਣਿਆ ਕੀ ਹੈ। ਪਿਤਾ ਇਸ ਤਰ੍ਹਾਂ ਆਪਣੇ ਘਰ ਵਿੱਚ ਚਿੰਤਾ ਵਿੱਚ ਹੈ। ਨੰਦ ਲਾਲ ਨਿਤ ਮਕਤਬ ਜਾਏ। ਕਹਿਣ ਲੱਗੇ ਵੀ ਨੰਦ ਲਾਲ ਨਾ ਰੋਜ਼ ਜਾਂਦਾ ਗੁਰੂ ਦੇ ਕੋਲ ਪੜ੍ਹਨ ਵਾਸਤੇ, ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਪਾਠਸ਼ਾਲਾ, ਜਾਂ ਆਪਾਂ ਕਹਿ ਦਈਏ ਸਕੂਲ,
ਜਿੱਥੋਂ ਗਿਆਨ ਮਿਲੇ। ਨੰਦ ਲਾਲ ਜੀ ਰੋਜ਼ ਜਾਂਦੇ, ਨੇਮ ਦੇ ਨਾਲ ਆਪਣੇ ਸਕੂਲ ਜਾ ਕੇ ਆਪਣੀ ਕਲਾਸ ਲੈਂਦੇ ਹਨ। ਇਲਮ ਫਾਰਸੀ ਪੜ੍ਹੇ ਬਣਾਏ। ਤੇ ਹੋਰ ਜਿੱਥੇ ਭਾਸ਼ਾ ਸਿੱਖੀਆਂ, ਜਿਵੇਂ ਸੰਸਕ੍ਰਿਤ ਹੈ ਉਹ ਸਿੱਖਣੀ ਹੈ, ਬ੍ਰਿਜ ਭਾਸ਼ਾ ਸਿੱਖਣੀ ਹੈ, ਨੰਦ ਲਾਲ ਨੇ ਇਹ ਵੀ ਸਿੱਖ ਲਈਆਂ। ਅਤੇ ਜਿਹੜੀ ਫਾਰਸੀ ਭਾਸ਼ਾ ਹੈ ਮੁਸਲਮਾਨਾਂ ਦੀ ਹੈ। ਫਾਰਸੀ ਤੇ ਅਰਬੀ ਭਾਸ਼ਾ ਜਿਹੜੀ ਹੈ ਨਾ ਮੁਸਲਮਾਨਾਂ ਦੀ ਭਾਸ਼ਾ ਹੈ। ਹੁਣ ਭਾਈ ਨੰਦ ਲਾਲ ਨੇ ਆਪਣੇ ਧਰਮ ਦੀ ਭਾਸ਼ਾ ਸੰਸਕ੍ਰਿਤ ਸਿੱਖ ਲਈ, ਉਹਦੇ ਵਿੱਚੋਂ ਬਾਅਦ ਵਿੱਚ ਬ੍ਰਿਜ ਭਾਸ਼ਾ ਵੀ ਸਿੱਖ ਲਈ। ਹੋਰ ਵੀ ਭਾਸ਼ਾਵਾਂ ਕਈਆਂ ਦਾ ਗਿਆਨ, ਹਿੰਦੀ ਜਿਹੜੀ ਹੈ ਜਾਂ ਹੋਰ ਜਿਹੜੀ ਭਾਸ਼ਾ ਹੈ ਉਹਨਾਂ ਦੇ ਗਿਆਨ ਲੈ ਲੈ। ਨੰਦ ਲਾਲ ਦੇ ਮਨ ਵਿੱਚ ਆਇਆ ਵੀ ਦੂਜੇ ਧਰਮ ਦੀ ਭਾਸ਼ਾ ਵੀ ਸਿੱਖਣੀ ਚਾਹੀਦੀ ਹੈ। ਤੇ ਦੂਜੇ ਧਰਮ ਦੀ ਭਾਸ਼ਾ ਹੈ ਫਾਰਸੀ। ਫਾਰਸੀ ਤੇ ਅਰਬੀ ਭਾਸ਼ਾ ਮੁਸਲਮਾਨਾਂ ਦੀ ਹੈ। ਨੰਦ ਲਾਲ ਹੁਣ ਉਸ ਮਕਤਬ ਦੇ ਵਿੱਚ ਜਾਂਦੇ ਨੇ ਜਿੱਥੇ ਕਾਜੀ ਜਾਂ ਕੋਈ ਮੁੱਲਾ ਇਹਨਾਂ ਨੂੰ ਫਾਰਸੀ ਸਿਖਾਉਂਦਾ ਹੈ, ਫਾਰਸੀ ਦੇ ਗ੍ਰੰਥ ਪੜ੍ਹਾਉਂਦਾ ਹੈ। ਈਸ਼ਨ ਬੁੱਧ ਪੁੰਨੈ ਅਭਿਆਸੇ। ਤੇ ਭਾਈ ਨੰਦ ਲਾਲ ਦੀ ਮੱਤ ਜਿਹੜੀ ਉਹ ਬੜੀ ਤਿੱਖੀ ਹੈ, ਬੜੀ ਤੇਜ਼ ਮੱਤ ਹੈ। ਕਾਜੀ ਇੱਕ ਵਾਰੀ ਦੱਸਦਾ, ਬਿਲਕੁਲ ਉਹ ਗੱਲ ਦਿਮਾਗ ਵਿੱਚ ਨੋਟ ਹੋ ਜਾਂਦੀ ਹੈ, ਦੁਬਾਰਾ ਉਹ ਗੱਲ ਭੁੱਲਦੀ ਨਹੀਂ ਹੈ। ਤੇ ਭਾਈ ਨੰਦ ਲਾਲ ਜੀ ਦੁਬਾਰਾ ਪੜ੍ਹ ਕੇ ਨਾ ਉਹ ਚੀਜ਼ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਂਦੇ। ਵੈਸੇ ਵੀ ਗੁਰਮੁਖੋ ਵਿਦਵਾਨ ਉਹਨੂੰ ਹੀ ਆਖਿਆ ਜਾਂਦਾ ਜਿਹਨੂੰ 4 ਭਾਸ਼ਾ ਦਾ ਗਿਆਨ ਹੋਵੇ, ਜਿਹਨੂੰ 4 ਭਾਸ਼ਾ ਪੜ੍ਹਨੀਆਂ ਆਉਂਦੀਆਂ ਹੋਣ, ਵਿਦਵਾਨ ਉਹ ਹੁੰਦਾ। ਹੁਣ ਭਾਈ ਨੰਦ ਲਾਲ ਜੀ ਨੂੰ ਵਿਦਵਾਨ ਐਵੇਂ ਨਹੀਂ ਆਖਿਆ ਜਾਂਦਾ। ਬਚਪਨ ਦੇ ਵਿੱਚ ਹੀ ਮੱਤ ਇੰਨੀ ਤੇਜ਼ ਹੈ, ਫਾਰਸੀ ਪੜ੍ਹਦੇ ਪਏ ਕਾਜੀ ਦੇ ਕੋਲ ਜਾ ਕੇ, ਤੇ ਫਾਰਸੀ ਦੇ ਜਿਹੜੇ ਮਾਇਨੇ ਨੇ ਉਹਨਾਂ ਨੂੰ ਜ਼ੁਬਾਨੀ ਯਾਦ ਕਰਦੇ ਹਨ। ਨਿਤ ਪ੍ਰਤ ਵਿਦਿਆ ਬਹੁਤ ਪ੍ਰਕਾਸ਼ੇ। ਰੋਜ਼ ਕੋਈ ਨਾ ਕੋਈ ਨਵਾਂ ਗ੍ਰੰਥ ਪੜ੍ਹਦੇ, ਨਵੇਂ ਗ੍ਰੰਥ ਵਿੱਚੋਂ ਨਵੀਂ ਜਾਣਕਾਰੀ, ਨਵੀਂ ਸੋਝੀ ਮਿਲਦੀ, ਰੋਜ਼ ਨਵਾਂ ਗਿਆਨ ਇਕੱਠਾ ਕਰਦੇ ਹਨ। ਬਿੰਦ ਕਿਤਾਬਨ ਕੋ ਪੜ੍ਹ ਗਏ। ਕਹਿਣ ਲੱਗੇ ਵੀ ਇਸ ਤਰ੍ਹਾਂ ਪੜ੍ਹਦੇ ਆ ਨਾ ਭਾਈ ਨੰਦ ਲਾਲ ਜੀ ਪਤਾ ਨਹੀਂ ਕਿੰਨੀਆਂ ਕੁ ਕਿਤਾਬਾਂ ਪੜ੍ਹ ਗਏ। ਇਹ ਬੰਦੇ ਦੇ ਮਨ ਦੇ ਅੰਦਰ ਕੀੜਾ ਹੀ ਹੁੰਦਾ ਜਿੱਧਰ ਨੂੰ ਚੱਲ ਪਵੇ। ਤੇ ਇਹਨਾਂ ਦੇ ਮਨ ਦਾ ਵਿਚਾਰ ਇਹ ਹੈ ਵੀ ਮੈਂ ਗ੍ਰੰਥ ਪੜ੍ਹਨੇ ਨੇ, ਵਿਦਿਆ ਪ੍ਰਾਪਤ ਕਰਨੀ ਹੈ, ਇਲਮ ਪ੍ਰਾਪਤ ਕਰਨਾ, ਵੱਖ-ਵੱਖ ਧਰਮਾਂ ਦਾ। ਪੜ੍ਹਦਿਆਂ ਭਾਈ ਨੰਦ ਲਾਲ ਜੀ ਕਈ ਧਰਮਾਂ ਦੇ ਕਈ ਗ੍ਰੰਥ ਪੜ੍ਹ ਗਏ। ਐਸਾ ਗਿਆਨ ਹੈ। ਇਲਮ ਵਿਖੇ ਕਾਲਮ ਬਹੁ ਭਇਓ। ਕਹਿਣ ਲੱਗੇ ਵੀ ਇਲਮ ਪੜ੍ਹਦਿਆਂ ਨਾ ਬਿਲਕੁਲ ਵਿਦਵਾਨ ਬਣ ਗਿਆ। ਅੱਜ ਭਾਈ ਨੰਦ ਲਾਲ ਦੇ ਨਾਲ ਕੋਈ ਫਾਰਸੀ ਪੜ੍ਹਿਆ, ਕੋਈ ਉਰਦੂ ਪੜ੍ਹਿਆ, ਕੋਈ ਅਰਬੀ ਪੜ੍ਹਿਆ, ਕੋਈ ਸੰਸਕ੍ਰਿਤ ਪੜ੍ਹਿਆ, ਕੋਈ ਬ੍ਰਿਜ ਭਾਸ਼ਾ ਪੜ੍ਹਿਆ। ਵੱਡੇ ਤੋਂ ਵੱਡਾ ਪੰਡਤ ਵੀ ਅੱਜ ਭਾਈ ਨੰਦ ਲਾਲ ਦੇ ਨਾਲ ਚਰਚਾ ਨਹੀਂ ਕਰ ਸਕਦਾ। ਇੰਨੇ ਗ੍ਰੰਥ ਪੜ੍ਹ ਲੈ, ਇੰਨਾ ਗਿਆਨ ਇਕੱਠਾ ਹੋ ਗਿਆ। ਜਿਹੜੇ ਵੱਡੇ ਆਪਣੇ ਆਪ ਨੂੰ ਨਾਡੂ ਖਾਂ ਕਹਿੰਦੇ ਸਨ ਵੀ ਅਸੀਂ ਧਰਮ ਦੀ ਬੜੀ ਤਾਲੀਮ ਪ੍ਰਾਪਤ ਕੀਤੀ ਹੈ, ਅਸੀਂ ਧਰਮ ਦਾ ਬੜਾ ਗਿਆਨ ਰੱਖਦੇ ਹਾਂ। ਕਹਿਣ ਲੱਗੇ ਵੀ ਉਹ ਸਾਰੇ ਨੰਦ ਲਾਲ ਤੇ ਥੱਲੇ ਰਹਿ ਗਏ, ਨੰਦ ਲਾਲ ਸਭ ਤੋਂ ਉੱਤੇ ਚਲੇ ਗਏ ਹਨ। ਸਦਾ ਚਤੁਰ ਕਹਿਵੇ ਸ਼ੁਭ ਬਾਤ। ਤੇ ਕਹਿਣ ਲੱਗੇ ਵੀ ਇੰਨਾ ਸਿਆਣਾ ਹੈ ਨੰਦ ਲਾਲ ਵੀ ਜਦੋਂ ਕਿਸੇ ਸਭਾ ਵਿੱਚ ਬੋਲਦਾ ਹੈ ਨਾ, ਜਦੋਂ ਲੋਕ ਇਕੱਠੇ ਹੁੰਦੇ ਵੱਖ-ਵੱਖ ਵਿਦਵਾਨਾਂ ਨੂੰ ਸੁਣਦੇ, ਜਦੋਂ ਭਾਈ ਨੰਦ ਲਾਲ ਬੋਲਦੇ ਦੁਨੀਆ ਸਾਹ ਰੋਕ ਲੈਂਦੀ। ਇਹਨੂੰ ਗੱਲ ਕਹਿਣ ਦਾ ਇੰਨਾ ਤਰੀਕਾ ਹੈ ਔਰ ਇੰਨਾ ਸੌਖਾ ਤਰੀਕਾ ਹੈ ਵੀ ਜਿਹੜਾ ਪਹਿਲੇ ਦਿਨ ਸਭਾ ਵਿੱਚ ਆਇਆ, ਕੋਈ ਅਨਪੜ੍ਹ ਵੀ ਹੈ ਨਾ, ਕੋਈ ਬੈਲ ਬੁੱਧੀ ਵੀ ਹੈ, ਉਹ ਵੀ ਭਾਈ ਨੰਦ ਲਾਲ ਦੀ ਗੱਲ ਸਮਝ ਲੈਂਦਾ। ਸਮਝਾਉਣ ਦਾ ਤਰੀਕਾ ਬੜਾ, ਬੋਲਣ ਦਾ ਤਰੀਕਾ ਬੜਾ। ਵੈਸੇ ਵੀ ਭਗਤੇ ਦੇ 14 ਗੁਣ ਲਿਖੇ ਨੇ ਮਹਾਰਾਜ ਨੇ ਗ੍ਰੰਥ ਵਿੱਚ, ਤੇ 14 ਗੁਣਾਂ ਵਿੱਚੋਂ ਇੱਕ ਗੁਣ ਕਥਾਵਾਚਕ ਦਾ ਜਾਂ ਬੋਲਣ ਵਾਲੇ ਦਾ ਇਹ ਹੁੰਦਾ ਹੈ ਵੀ ਸੁਣਨ ਵਾਲੇ ਨੂੰ ਗੱਲ ਸਮਝਾਉਣੀ। ਕੱਲਾ ਇਹ ਨਹੀਂ ਵੀ ਗਿਆਨ ਇਕੱਠਾ ਕਰਕੇ ਉਹਦੀ ਖਿਚੜੀ ਬਣਾ ਦੇਣੀ, ਪਤਾ ਹੀ ਨਾ ਲੱਗੇ ਵੀ ਇਹ ਕੀ ਕਹਿ ਗਿਆ। ਗਿਆਨ ਦੀ ਗੱਲ ਜਿਹੜੀ ਹੈ, ਭਾਵੇਂ ਕੋਈ ਪਹਿਲੇ ਦਿਨ ਕਥਾ ਸੁਣਨ ਵਾਸਤੇ ਆਇਆ, ਭਾਵੇਂ ਕੋਈ ਰੋਜ਼ ਸੁਣਦਾ, ਭਾਵੇਂ ਕੋਈ ਅਨਪੜ੍ਹ ਹੈ, ਭਾਵੇਂ ਕੋਈ ਪੜ੍ਹਿਆ ਹੈ, ਹਰੇਕ ਦੇ ਦਿਮਾਗ ਦੇ ਵਿੱਚ ਜਿਹੜੀ ਗੱਲ ਸੁਣਾਉਂਦਾ ਪਿਆ ਉਹ ਫਿੱਟ ਕਰ ਦੇਣੀ, ਉਹਨੂੰ ਸਮਝ ਆ ਜਾਵੇ। ਉਹਨੂੰ ਬਾਹਰ ਜਾ ਕੇ ਨਾ ਕਹਿਣਾ ਪਵੇ ਵੀ ਫਲਾਣੀ ਗੱਲ ਦੀ ਮੈਨੂੰ ਸਮਝ ਨਹੀਂ ਲੱਗੀ ਹੈ। 14 ਗੁਣਾਂ ਵਿੱਚੋਂ ਇੱਕ ਗੁਣ ਇਹ ਹੈ ਭਗਤੇ ਦਾ, ਗੱਲ ਸਮਝਾਉਣੀ। ਉਹਨੂੰ ਸੌਖਾ ਤਰੀਕੇ ਦੇ ਨਾਲ, ਜਿਵੇਂ ਦਾ ਕੋਈ ਵਿਅਕਤੀ ਹੈ ਉਵੇਂ ਦੀ ਉਦਾਹਰਨ ਦੇ ਦੇਣੀ ਸਮਝਣ ਵਾਸਤੇ। ਜਿਵੇਂ ਗੁਰੂ ਪਾਤਸ਼ਾਹ ਨੇ ਬਾਣੀ ਰਚੀ ਹੈ ਨਾ, ਤੇ ਸਤਿਗੁਰਾਂ ਨੇ ਕਈ ਉਦਾਹਰਨਾਂ ਖੇਤੀਬਾੜੀ ਦੀਆਂ ਦਿੱਤੀਆਂ, ਕਿਵੇਂ ਜ਼ਮੀਨ ਵਾਹੀ ਦੀ ਹੈ, ਕਿਵੇਂ ਫਸਲ ਬੀਜੀ ਦੀ ਹੈ, ਕਿਵੇਂ ਵੱਢੀ ਦੀ ਹੈ। ਕਿ ਜਿਹੜੇ ਲੋਕ ਜ਼ਮੀਨ ਦੇ ਨਾਲ ਜੁੜੇ ਹੋਏ ਨੇ, ਖੇਤੀਬਾੜੀ ਦਾ ਕੰਮ ਕਰਦੇ ਨੇ, ਉਹਨਾਂ ਨੇ ਸਾਰੇ ਸੰਦ ਵਰਤੇ ਹੁੰਦੇ ਨੇ, ਉਹਨਾਂ ਨੂੰ ਛੇਤੀ ਸਮਝ ਪੈ ਜਾਵੇ। ਮਹਾਰਾਜ ਨੇ ਬਾਣੀ ਦੇ ਵਿੱਚ ਬਾਣੀਏ ਦੀ ਉਦਾਹਰਨ ਦਿੱਤੀ ਹੈ, ਦੁਕਾਨਦਾਰ ਦੀ ਉਦਾਹਰਨ ਦਿੱਤੀ ਹੈ, ਸੁਦਾਗਰ ਦੀ ਉਦਾਹਰਨ ਦਿੱਤੀ ਹੈ, ਘੋੜਿਆਂ ਦੇ ਵਪਾਰੀ ਦੀ ਉਦਾਹਰਨ ਦਿੱਤੀ ਹੈ। ਉਹ ਤਾਂ ਦਿੱਤੀਆਂ ਨੇ ਜਿਹੜੇ ਕਿੱਤੇ ਨਾਲ ਜਿਹੜਾ ਵਿਅਕਤੀ ਜੁੜਿਆ ਹੈ ਉਹਨੂੰ ਉਸ ਕਿੱਤੇ ਵਿੱਚੋਂ ਸਮਝ ਆ ਜਾਵੇ,
ਉਹਨੂੰ ਸੌਖਾ ਪਤਾ ਲੱਗ ਜਾਵੇਗਾ, ਤਾਂ ਕਿ ਸਮਝ ਪੈ ਜਾਵੇ। ਇਹ ਗੁਰੂ ਪਾਤਸ਼ਾਹ ਨੇ ਬਾਣੀ ਵੀ ਇਸ ਤਰ੍ਹਾਂ ਹੀ ਰਚੀ ਹੈ। ਆਪਾਂ ਮਹਾਰਾਜ ਜੀਆਂ ਦਾ ਸ਼ਬਦ ਪੜ੍ਹਦੇ ਹਾਂ ਨਾ, ਜਿਹਦੇ ਵਿੱਚ ਉਹਨਾਂ ਨੇ ਬਚਨ ਕੀਤਾ, ਜਦੋਂ ਪਿਤਾ ਨੇ ਆਖਿਆ ਪੁੱਤਰ ਦੀ ਦੁਕਾਨ ਕਰ ਲਓ, ਕਦੇ ਆਖਿਆ ਘੋੜਿਆਂ ਦਾ ਵਪਾਰ ਕਰ ਲਓ, ਤੇ ਕਦੇ ਆਖਿਆ ਖੇਤੀ ਕਰ ਲਓ। ਉਹਨਾਂ ਨੇ ਆਖਿਆ ਨਾਮ ਸੰਤੋਖ ਬੀਜ ਸੁਹਾਗਾ ਰੱਖ ਗਰੀਬੀ ਵੇਸ, ਇਹ ਸ਼ਬਦ ਉਚਾਰਿਆ ਨਾ ਉਹਨਾਂ ਨੇ। ਸੋ ਇਹ ਸ਼ਬਦ ਇਹ ਗੱਲ ਨੂੰ ਸਿੱਧ ਕਰਦਾ ਵੀ ਮਹਾਰਾਜ ਉਸ ਤਰ੍ਹਾਂ ਦਾ ਉਪਦੇਸ਼ ਦਿੰਦੇ ਜਿਸ ਤਰ੍ਹਾਂ ਦਾ ਕੋਈ ਵਿਅਕਤੀ ਹੁੰਦਾ, ਤਾਂ ਕਿ ਸਮਝ ਪਵੇ। ਕਥਾਵਾਚਕ ਦਾ ਇਹ ਗੁਣ ਹੈ, ਕੋਈ ਵੀ ਵਿਅਕਤੀ ਆ ਜਾਵੇ ਉਹਨੂੰ ਉਸ ਤਰੀਕੇ ਦੀ ਉਦਾਹਰਨ ਦੇ ਕੇ ਸਮਝਾਉਣਾ, ਗੱਲ ਉਹਦੇ ਦਿਮਾਗ ਵਿੱਚ ਪਾ ਦੇਣੀ। ਇਹ 14 ਗੁਣਾਂ ਵਿੱਚੋਂ ਇੱਕ ਗੁਣ ਹੈ, ਔਰ ਇਹ ਗੁਣ ਭਾਈ ਨੰਦ ਲਾਲ ਦੇ ਕੋਲ ਹੈ। ਜਦੋਂ ਬੋਲਦਾ ਹੈ ਨਾ ਸਭਾ ਦੇ ਵਿੱਚ, ਤੇ ਫਿਰ ਸਾਰੇ ਸੁਣਦੇ ਮੰਤਰ ਮੁਗਧ ਹੋ ਗਏ, ਗਿਆਨ ਪ੍ਰਾਪਤ ਹੋਵੇਗਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਅੱਜ ਆਪਾਂ ਨੂੰ ਪ੍ਰਕਾਸ਼ ਦਿਹਾੜਾ ਵੀ ਪ੍ਰਾਪਤ ਹੋ ਰਿਹਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ 2218 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ, ਔਰ 30 ਰਾਗਾਂ ਦੇ ਵਿੱਚ ਮਹਾਰਾਜ ਨੇ ਬਾਣੀ ਰਚੀ ਹੈ। ਗੁਰੂ ਗ੍ਰੰਥ ਸਾਹਿਬ ਦੇ 31 ਰਾਗ ਨੇ। ਇੱਕ ਜੈਜਾਵੰਤੀ ਰਾਗ ਹੈ ਜਿਹੜਾ ਕੇਵਲ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਵਾਲਾ, ਉਹਦੇ ਤੋਂ ਬਿਨਾ ਬਾਕੀ 30 ਰਾਗਾਂ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਾਣੀ ਹੈ। ਅੱਜ ਦੇ ਦਿਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਦੇ ਘਰ ਦੇ ਵਿੱਚ ਅਤੇ ਮਾਤਾ ਸਾਹਿਬ ਮਾਤਾ ਭਾਨੀ ਜੀ, ਤਿੰਨਾਂ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਗੋਇੰਦਵਾਲ ਦੀ ਧਰਤੀ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਅੱਜ ਦੇ ਦਿਨ ਪ੍ਰਕਾਸ਼ਮਾਨ ਹੋਏ। ਅੱਜ ਦੇ ਦਿਨ ਉਹਨਾਂ ਨੇ ਅਵਤਾਰ ਲਿਆ ਹੈ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਸਤਿਗੁਰੂ ਆਪ ਜੀ ਏਡੇ ਸਮਰੱਥ ਤੇ ਵੱਡੇ ਹੋ, ਜਨਮ ਤੋਂ ਹੀ ਆਪ ਜੀ ਨੇ ਗੁਰਮਤ ਦੀ ਸਿੱਖਿਆ ਧਾਰਨ ਕੀਤੀ, ਅਤੇ ਨਾਨਾ ਸਤਿਗੁਰੂ ਨੇ ਬਚਨ ਕੀਤੇ ਸਨ, ਦੋਹਿਥਾ ਬਾਣੀ ਕਾ ਬੋਹਿਥ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਨਾਨਾ ਸਤਿਗੁਰੂ ਦੀ ਸੰਗਤ ਵੀ ਕੀਤੀ, ਅਤੇ 11 ਸਾਲ ਗੋਇੰਦਵਾਲ ਦੀ ਧਰਤੀ ਤੇ ਮਹਾਰਾਜ ਨੇ ਬਤੀਤ ਕਰਕੇ ਨਾਨਾ ਸਤਿਗੁਰੂ ਦੇ ਕੋਲੋਂ ਵਰ ਵੀ ਲੈ। ਬਾਣੀ ਦਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਰਚੇ, ਹਰਮੰਦਰ ਸਾਹਿਬ ਦੀ ਸਿਰਜਣਾ ਕੀਤੀ, ਅਤੇ ਇਸੇ ਤਰ੍ਹਾਂ ਤਰਨ ਤਾਰਨ ਵਰਗੇ ਸ਼ਹਿਰ ਵਸਾਏ, ਕਰਤਾਰਪੁਰ ਵਰਗੇ ਸ਼ਹਿਰ ਵਸਾਏ। ਇਹ ਵੱਡਮੁੱਲੀਆਂ ਦਾਤਾਂ ਜਿਹੜੀਆਂ ਉਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਾਨੂੰ ਨਵਾਜਿਆ ਇਹਨਾਂ ਬਰਕਤਾਂ ਦੇ ਨਾਲ। ਐਸੇ ਗੁਰੂ ਦਾ ਅੱਜ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਹੈ। ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ, ਮਹਾਰਾਜ ਕਿਰਪਾ ਕਰਨ। ਭਾਈ ਨੰਦ ਲਾਲ ਦਾ ਜਿਹੜਾ ਇਤਿਹਾਸ ਹੈ, ਇਹ ਕਿਵੇਂ ਹੋਰ ਇਲਮ ਸਿੱਖਦੇ ਨੇ ਅਤੇ ਔਰੰਗਜ਼ੇਬ ਦੀ ਨੌਕਰੀ ਕਿਵੇਂ ਕਰਨਗੇ, ਉੱਥੇ ਆ ਕੇ ਫਿਰ ਕਿਵੇਂ ਆਪਣੀ ਵਿਦਵਤਾ ਵਿਖਾਉਣਗੇ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਕਥਾ ਹੈ ਨਾ ਛੂਟੀਆ ਹੈ। ਬਖਸ਼ਣਹਾਰ ਬਖਸ਼ ਲੈ, ਰਹਿੰਦੇ ਨੇ ਆਪੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ, ਜਿਨ ਕਲ ਰਾਖੀ ਮੇਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।